प्रोग्राम खास खबर देख रहे दर्शकों का स्वागत। मैं हाँ कमलजीत सिद्धू ते तुसीं देख रहे हो पंजाब टॉकस चैनल। पंजाब की खेती नीति जिहड़ी आ वो सर्व व्यापक होवे, इस मुद्दे उत्ते गलबात होएगी। दूसरा ये आ कि जिहड़े लोग पैसा लवाउंदे आ निवेशक बैंकों दे विच, पैसा जिहड़ा लवाउणा आ निवेशकों की जिहड़ी सुरक्षा आ वो होनी चाहिदी है, क्योंकि हुण जिस तरीके नाल अडानी दा मुद्दा आ, कल्ला बैंक ही नहीं, असीं शेयर मार्केटां विच पैसा लाउने आ ਤਾਂ ਲੋਕਾਂ ਦਾ ਪੈਸਾ ਡੁੱਬ ਜਾਂਦਾ। ਇਸ ਮੁੱਦੇ ਉੱਤੇ ਗੱਲਬਾਤ ਹੋਊਗੀ। ਪਹਿਲੀ ਖਬਰ ਵੱਲ ਆਉਨੇ ਆ। ਪੰਜਾਬ ਦੀ ਜਿਹੜੀ ਖੇਤੀ ਨੀਤੀ ਹੈ, ਪਿਛਲੇ ਦਿਨੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਖੇਤੀ ਨੀਤੀ ਜਿਹੜੀ ਹੈ ਉਸ ਦੇ ਉੱਤੇ ਕਿਸਾਨਾਂ ਨਾਲ ਮੀਟਿੰਗ ਵੀ ਕੀਤੀ ਆ, ਨੀਤੀ ਬਣਾਈ ਜਾਊਗੀ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਹਰੀ ਕ੍ਰਾਂਤੀ ਤੋਂ ਬਾਅਦ ਇਹ ਨੀਤੀ ਬਣਨੀ ਚਾਹੀਦੀ ਸੀਗੀ, ਪਰ ਹਜੇ ਤੱਕ ਨਹੀਂ ਬਣੀ। ਕਹਿ ਸਕਦੇ ਹਾਂ ਕਿ ਜਦੋਂ ਨਵਾਂ सूबा गठन होया आ 1 नवंबर 1966 ਨੂੰ, ਉਸ ਤੋਂ ਬਾਅਦ ਇਹ ਪਹਿਲੀ ਨੀਤੀ ਹੈ ਜਿਹੜੀ ਖੇਤੀ ਨੀਤੀ ਹੋਊਗੀ ਜਿਸ ਨੂੰ ਬਣਾਉਣ ਦੇ ਲਈ ਹੁਣ ਗੱਲ ਚੱਲਦੀ ਪਈ ਹੈ। ਹਾਲਾਂਕਿ ਪੰਜਾਬ ਸਰਕਾਰ ਦਾ ਆਉਣ ਵਾਲੀ 31 ਮਾਰਚ ਤੱਕ ਖੇਤੀ ਨੀਤੀ ਲਿਆਉਣ ਦਾ ਜਿਹੜਾ ਏਜੰਡਾ ਆ ਉਹ ਹੈਗਾ ਆ। ਇਸ ਦਾ ਸਵਾਗਤ ਕਰਨਾ ਵੀ ਬਣਦਾ ਆ। ਸੂਬੇ ਦੀ ਜਿਹੜੀ ਖੇਤੀਬਾੜੀ ਆ ਉਹ ਤਾਂ ਅਸੀਂ ਜਾਣਦੇ ਹਾਂ ਕਿ ਲੰਮੇ ਸਮੇਂ ਤੋਂ ਸੰਕਟ ਦੇ ਵਿੱਚ ਹੈ। ਸਗੋਂ ਹੁਣ ਜਿਹੜਾ ਇਹਦਾ ਗਠਨ ਹੋਊਗਾ ਉਹ ਬਹੁਤ ਵਧੀਆ ਗੱਲ ਹੈ, ਕਿਉਂਕਿ ਇਸ ਦੇ ਨਾਲ ਕਾਫੀ ਸਾਰੀਆਂ ਜਿਹੜੀਆਂ ਦਿੱਕਤਾਂ ਆ ਰਹੀਆਂ ਸੀਗੀਆਂ ਖੇਤੀਬਾੜੀ ਵਿੱਚ ਕਿਸਾਨਾਂ ਨੂੰ, ਮਜ਼ਦੂਰਾਂ ਨੂੰ। ਸ਼ਾਇਦ ਖਾਸ ਤੌਰ 'ਤੇ ਧਰਤੀ ਦੀ ਗੱਲ ਵੀ ਕਰ ਲਈਏ, ਪਾਣੀ ਦੀ ਵੀ ਗੱਲ ਕਰ ਲਈਏ, ਤਾਂ ਇਸ ਦੇ ਵਿੱਚ ਕਈ ਫਾਇਦੇ ਜਿਹੜੇ ਆ ਉਹ ਹੋਣ ਵਾਲੇ ਆ। ਪੰਜਾਬ ਰਾਜ ਕਮਿਸ਼ਨ ਦੀ ਗੱਲ ਕਰਦੇ ਹਾਂ। ਕਮਿਸ਼ਨ ਨੇ ਖੇਤੀ ਨੀਤੀਆਂ ਦੇ 2 ਖਰੜੇ 2013 ਅਤੇ 2018 ਦੇ ਵਿੱਚ ਤਿਆਰ ਕਰਕੇ ਸਰਕਾਰ ਦੇ ਸਪੁਰਦ ਕੀਤੇ ਸਨ। ਪਰ ਅਫਸੋਸ ਇਸ ਗੱਲ ਦਾ ਆ ਕਿ ਵੇਲੇ ਦੀਆਂ ਸਰਕਾਰਾਂ ਨੇ ਦੋਵੇਂ ਖਰੜੇ ਜਿਹੜੇ ਆ ਉਹ ਵਿਚਾਰੇ ਨਹੀਂ ਹੈ। ਨੀਤੀ ਨੂੰ ਅੰਤਿਮ ਰੂਪ ਦੇਣ ਦੀ ਤਾਂ ਤੁਸੀਂ ਗੱਲ ਹੀ ਛੱਡ ਦਿਓ। ਇਸ ਤੋਂ ਉਹਨਾਂ ਸਰਕਾਰਾਂ ਦੇ ਖੇਤੀਬਾੜੀ ਤੇ ਇਸ ਤਰ੍ਹਾਂ ਸੂਬੇ ਦੇ ਅਰਥਚਾਰੇ ਪ੍ਰਤੀ ਗੈਰ ਸੰਜੀਦਾ ਰਵੱਈਏ ਦਾ ਪਤਾ ਲੱਗਦਾ ਆ। ਜ਼ਿਕਰ ਅਸੀਂ ਪਹਿਲਾਂ ਵੀ ਆਪਦੇ ਪ੍ਰੋਗਰਾਮਾਂ ਦੇ ਜ਼ਰੀਏ ਦੋਸਤੋ ਕਰ ਚੁੱਕੇ ਹਾਂ ਕਿ ਜੇ ਸਰਕਾਰਾਂ ਖੇਤੀ ਨੀਤੀਆਂ ਉਦੋਂ ਹੀ ਬਣਾ ਦਿੰਦੀਆਂ ਜਦੋਂ ਹਰੀ ਕ੍ਰਾਂਤੀ ਦਾ ਇੱਕ ਵੱਡਾ ਉਲਾਰ ਸੀਗਾ, ਜਿਸ ਨੇ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਬਦਲਾਅ ਕੀਤਾ। ਕਿਸਾਨਾਂ ਦੀ ਜ਼ਿੰਦਗੀ ਵਿੱਚ, ਮਜ਼ਦੂਰਾਂ ਦੀ ਜ਼ਿੰਦਗੀ 'ਚ ਪੰਜਾਬ ਦੀ ਜਿਹੜੀ ਆਰਥਿਕਤਾ ਆ ਉਸ ਨੂੰ ਹੋਰ ਮਜ਼ਬੂਤ ਕੀਤਾ, ਦੇਸ਼ ਦਾ ਅੰਨ ਕਟੋਰਾ ਭਰਿਆ। ਜੋ ਉਦੋਂ ਬਣਾ ਦਿੱਤੀ ਜਾਂਦੀ, ਖੇਤੀ ਸਨਅਤਾਂ ਲਾਈਆਂ ਜਾਂਦੀਆਂ, ਜਿਵੇਂ ਅਸੀਂ ਹਰ ਰੋਜ਼ ਗੱਲ ਕਰਦੇ ਹਾਂ ਕਿ ਪੰਜਾਬ ਇੱਦਾਂ ਬਾਹਰ ਨਾ ਜਾਂਦਾ, ਇੱਦਾਂ ਨਵੀਂ ਪੀੜ੍ਹੀ ਜਿਹੜੀ ਹੈ ਉਹ ਬੇਰੁਜ਼ਗਾਰੀ ਦੇ ਹੱਥੋਂ ਤੰਗ ਨਾ ਹੁੰਦੀ ਜੋ ਉਸ ਵੇਲੇ ਇਹ ਨੀਤੀ ਬਣਾ ਦਿੱਤੀ ਜਾਂਦੀ। ਤਾਂ ਪੰਜਾਬ ਵਿੱਚ ਜਾਰੀ ਖੇਤੀ ਸੰਕਟ ਅਤੇ ਸੂਬੇ ਦੇ ਆਰਥਿਕ ਵਿਕਾਸ ਦੀ ਰਫ਼ਤਾਰ ਵਿੱਚ ਕਮੀ ਲਈ ਕਾਫੀ ਹੱਦ ਤੱਕ ਸਮੇਂ-ਸਮੇਂ ਦੀਆਂ ਸਰਕਾਰਾਂ ਤੇ ਲੰਮੇ ਸਮੇਂ ਤੱਕ ਰਹੀ ਉਦਾਸੀਨਤਾ ਜਿਹੜੀ ਆ, ਚੁੱਪ ਜਿਹੜੀ ਆ, ਉਸ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ। ਉਮੀਦ ਕਰਨੀ ਚਾਹੀਦੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣਾ ਵਾਅਦਾ ਪੂਰਿਆਂ ਕਰਦਿਆਂ ਇੱਕ ਦਿਨ ਖੇਤੀਬਾੜੀ ਨੀਤੀ ਜ਼ਰੂਰ ਸਾਹਮਣੇ ਲਿਆਉਣਗੇ। ਖੇਤੀਬਾੜੀ ਨੀਤੀ ਬਣਾਉਣ ਲਈ ਸਰਕਾਰ ਦੀ ਕਾਇਮ ਕੀਤੀ ਕਮੇਟੀ ਅਤੇ ਇਸ ਦੀ ਬਣਤਰ ਇਸ ਗੱਲ ਦਾ ਇਸ਼ਾਰਾ ਆ ਕਿ ਸਰਕਾਰ ਕੁਝ ਕਰਨਾ ਚਾਹੁੰਦੀ ਹੈ। ਇਸ ਕਮੇਟੀ ਦੀਆਂ ਹਵਾਲਾ ਸ਼ਰਤਾਂ ਕਿਉਂਕਿ ਅਜੇ ਪਤਾ ਨਹੀਂ, ਇਸ ਲਈ ਉਮੀਦ ਕੀਤੀ ਜਾਂਦੀ ਹੈ ਕਿ ਜਿਹੜੀ ਕਮੇਟੀ ਹੈ ਉਹ ਸਰਬ ਵਿਆਪਕ ਖੇਤੀਬਾੜੀ ਨੀਤੀ ਲੈ ਕੇ ਆਵੇਗੀ, ਜਿਸ ਵਿੱਚ ਖੇਤੀ ਦੇ ਟਿਕਾਊ ਵਿਕਾਸ ਉੱਤੇ ਜ਼ੋਰ ਦਿੱਤਾ ਜਾਊਗਾ, ਜਿਹੜਾ ਸਾਰੇ ਹਿੱਸੇਦਾਰਾਂ ਖਾਸ ਕਰਕੇ ਛੋਟੇ ਕਿਸਾਨਾਂ ਤੇ ਮਜ਼ਦੂਰਾਂ ਲਈ ਲਾਹੇਵੰਦ ਹੋਵੇ। ਕਮੇਟੀ ਦਾ ਦੋਸਤੋ ਜਿਹੜਾ ਪਹਿਲਾ ਕੰਮ ਹੈ ਸਮੁੱਚੇ ਤੌਰ ਦੇ ਉੱਤੇ ਉਹ ਖੇਤੀ ਖੇਤਰ ਨੂੰ ਦਰਪੇਸ਼ ਵੱਖ-ਵੱਖ ਅਲਾਮਤਾਂ ਤੇ ਚੁਣੌਤੀਆਂ ਦੀ ਤਫਤੀਸ਼ ਕਰਨਾ ਹੈ। ਨਾਲ ਹੀ ਇਸ ਵਿੱਚ ਮੌਜੂਦ ਮੌਕਿਆਂ ਦਾ ਪਤਾ ਲਾਉਣਾ ਚਾਹੀਦਾ ਆ। ਪੰਜਾਬ ਦਾ ਖੇਤੀ ਮਾਡਲ ਮੁੱਖ ਤੌਰ ਤੇ ਕਰੋੜਾਂ ਲੋਕਾਂ ਦਾ ਢਿੱਡ ਭਰਨ ਲਈ ਵਧੇਰੇ ਅਨਾਜ ਉਗਾਉਣ ਦੇ ਟੀਚੇ ਦੇ ਨਾਲ ਇਸ ਨੂੰ ਵਿਕਸਿਤ ਕੀਤਾ ਗਿਆ ਸੀ। ਹਰੀ ਕ੍ਰਾਂਤੀ ਦਾ ਦੌਰ ਜਿਹੜਾ ਸੀ ਨਾ ਉਹਦੇ ਵਿੱਚ ਕੀਤਾ ਹੀ ਇੱਦਾਂ ਗਿਆ ਸੀ, ਕਿਉਂਕਿ ਦੇਸ਼ ਜਿਹੜਾ ਸੀਗਾ ਉਸ ਸਮੇਂ ਅਸੀਂ ਬਾਹਰੋਂ ਮੈਕਸੀਕਨ ਕਣਕ ਮੰਗਵਾਉਂਦੇ ਸੀ, ਅੰਨ ਅਨਾਜ ਵਿਦੇਸ਼ਾਂ ਤੋਂ ਮੰਗਾਇਆ ਜਾਂਦਾ ਸੀਗਾ। ਬਿਹਤਰ ਸੀ ਕਿ ਸਾਡੇ ਇੱਥੇ ਅੰਨ ਦੀ ਪੈਦਾਵਾਰ ਹੀ ਇੰਨੀ ਹੋ ਜਾਂਦੀ। ਇਸ ਤਰੀਕੇ ਉਸ ਵੇਲੇ ਦਾ ਜਿਹੜਾ ਹਰੀ ਕ੍ਰਾਂਤੀ ਦਾ ਮਾਡਲ ਤਿਆਰ ਕੀਤਾ ਸੀਗਾ, ਠੀਕ ਹੈ ਉਸਨੇ ਕੀਤਾ ਹੈ, ਪਰ ਅਸੀਂ ਪੰਜਾਬ ਨੇ ਜਿਹੜੀ ਵੱਡੀ ਬੜੀ ਦਿੱਤੀ ਹੈ ਹਰ ਪੱਖ ਤੋਂ
ਉਹ ਵੀ ਇੱਕ ਜਿਹੜਾ ਸੀਗਾ ਕਾਰਨ ਹੈ। ਹੁਣ ਉਸ ਤਰੀਕੇ ਦੀ ਖੇਤੀ ਨੀਤੀ ਨਹੀਂ ਆਉਣੀ ਚਾਹੀਦੀਗੀ, ਹੁਣ ਉਹਦੇ ਵਿੱਚ ਕੁਝ ਜਿਹੜਾ ਬਦਲਾਅ ਆ ਉਹ ਹੋਣਾ ਚਾਹੀਦਾ ਆ। ਤਾਂ ਉਸ ਵੇਲੇ ਤੇ ਜਿਹੜੀ ਖੇਤੀ ਮਾਡਲ ਸੀਗਾ ਹਰੀ ਕ੍ਰਾਂਤੀ ਦਾ, ਇਸ ਸੰਬੰਧ ਵਿੱਚ ਬਹੁਤ ਕਾਮਯਾਬ ਰਿਹਾ ਸੀ। ਸਦਕਾ ਮੁਲਕ ਨੂੰ ਅੰਨ ਦੀ ਕਮੀ ਦੀ ਜਿਹੜੀ ਵੱਡੀ ਸਮੱਸਿਆ ਸੀ ਉਸ ਤੋਂ ਛੁਟਕਾਰਾ ਮਿਲਿਆ। ਇਸੇ ਹੀ ਚੱਲਣ ਵਿੱਚ ਪੰਜਾਬ ਨੇ ਆਪਣੇ ਕੁਦਰਤੀ ਵਸੀਲਿਆਂ ਦਾ ਇਸ ਹੱਦ ਤੱਕ ਜ਼ਿਆਦਾ ਇਸਤੇਮਾਲ ਕਰ ਲਿਆ ਆ ਕਿ ਇਸ ਦੀ ਮਿੱਟੀ ਦੀ ਜਿਹੜੀ ਸਿਹਤ ਹੈ ਉਹ ਵੀ ਵਿਗੜ ਗਈ ਆ। ਧਰਤੀ ਹੇਠਲਾ ਪਾਣੀ ਮੁੱਕ ਗਿਆ। ਰਸਾਇਣਿਕ ਖਾਦਾਂ ਤੇ ਕੀੜੇ ਮਾਰਨ ਦੀ ਨਾਸ਼ਕ ਜ਼ਹਿਰਾਂ ਨੇ ਇਸ ਦੀ ਆਬੋ ਹਵਾ ਨੂੰ ਪਲੀਤ ਕਰ ਦਿੱਤਾ ਹੈ। ਇਸ ਲਈ ਬਹੁਤ ਜ਼ਰੂਰੀ ਹੈ ਕਿ ਇਹ ਜਿਹੜੀ ਨੀਤੀ ਹੈ ਖੇਤੀਬਾੜੀ ਦੀ, ਇਹਦਾ ਵਿੱਚ ਇੱਕ ਟਿਕਾਊ ਵਿਕਾਸ ਦੀ ਗੱਲ ਹੋਵੇ, ਮਿੱਟੀ ਦੀ ਸਿਹਤ ਦੀ ਕਾਇਆ ਕਲਪ ਕਰਨ ਦੀ ਗੱਲ ਹੋਵੇ, ਫਸਲਾਂ ਦੀ ਵੰਨ-ਸੁਵੰਨਤਾ ਤੇ ਪਾਣੀ ਦੀ ਸੰਭਾਲ ਦੇ ਉੱਪਰ ਜਿਹੜੀ ਆ ਤਵੱਜੋ ਦੇਣੀ ਬਣਦੀ ਆ। ਇਸ ਤੋਂ ਇਲਾਵਾ ਹੋਰ ਗੰਭੀਰ ਚਿੰਤਾਵਾਂ ਹਨ। ਫਸਲਾਂ ਦੀ ਲਗਾਤਾਰ ਵੱਧਦੀ ਲਾਗਤ, ਘਟਦੀ ਪ੍ਰਤੀ ਏਕੜ ਆਮਦਨ ਅਤੇ ਖੇਤੀ ਵਿੱਚ ਘਟ ਰਹੇ ਰੁਜ਼ਗਾਰ। ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਸ਼ਾਇਦ ਇਕੱਲੇ ਖੇਤੀਬਾੜੀ ਖੇਤਰ ਦੇ ਵਿੱਚ ਨਾ ਲੱਭੇ। ਇਸ ਵਾਸਤੇ ਪ੍ਰੋਸੈਸਿੰਗ ਦੇ ਢੰਗ ਤਰੀਕੇ ਅਪਣਾ ਕੇ ਪੇਂਡੂ ਨੌਜਵਾਨਾਂ ਨੂੰ ਇਸ ਨੂੰ ਵੱਡੇ ਪੱਧਰ ਤੇ ਸ਼ਾਮਲ ਕਰਕੇ ਖੇਤੀਬਾੜੀ ਜਿਣਸਾਂ ਦਾ ਮੁੱਲ ਜਿਹੜਾ ਆ ਉਹ ਵਾਧਾ ਕੀਤੇ ਜਾਣ ਦੀ ਲੋੜ ਹੋਊਗੀ। ਦੂਜੇ ਸ਼ਬਦਾਂ ਵਿੱਚ ਆਪਾਂ ਕਹਿ ਲਈਏ ਕਿ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਖੇਤੀ ਨੂੰ ਕਿਵੇਂ ਲਾਗਤ ਪੱਖੋਂ ਅਸਰਦਾਰ, ਵਾਤਾਵਰਣ ਪੱਖੋਂ ਜੋ ਆ ਹੰਢਣਸਾਰ ਅਤੇ ਰੁਜ਼ਗਾਰ ਮੁਖੀ ਜਿਹੜਾ ਆ ਉਹ ਬਣਾਇਆ ਜਾ ਸਕੇ, ਤਾਂ ਕਿ ਇਸ ਨਾਲ ਨਾ ਸਿਰਫ ਕਿਸਾਨਾਂ ਦੀ ਹੀ ਆਮਦਨ ਵਧੇ ਸਗੋਂ ਇਹ ਹੋਰਨਾਂ ਹਿੱਸੇਦਾਰਾਂ ਲਈ ਵੀ ਲਾਹੇਵੰਦ ਸਾਬਤ ਹੋਵੇਗੀ। ਇਸ ਲਈ ਲਾਜ਼ਮੀ ਹੈ ਕਿ ਖੇਤੀ ਨੀਤੀ ਜਿਹੜੀ ਆ ਦੋਸਤੋ ਉਹ ਸਰਬ ਵਿਆਪਕ ਹੋਵੇ ਅਤੇ ਨਾਲ ਹੀ ਇਹ ਖਾਸ ਕਰ ਸੰਤੀ ਨੀਤੀ ਤੇ ਆਮ ਤੌਰ ਤੇ ਸਥੂਲ ਆਰਥਿਕ ਨੀਤੀ ਨਾਲ ਜੁੜੀ ਹੋਣੀ ਚਾਹੀਦੀ ਹੈ, ਕਿਉਂਕਿ ਕਿਸੇ ਵੀ ਖਿੱਤੇ ਜਾਂ ਸੂਬੇ ਦਾ ਮਾਲੀ ਵਿਕਾਸ ਆਪਸ ਵਿੱਚ ਜੁੜਿਆ ਹੋਇਆ ਹੁੰਦਾ। ਇਸ ਦੇ ਨਾਲ ਇਹ ਵੀ ਜ਼ਰੂਰੀ ਹੈ ਕਿ ਜਿਹੜੀ ਖੇਤੀ ਨੀਤੀ ਹੈ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਸਿਰ ਵੱਧ ਰਹੀ ਕਰਜ਼ੇ ਦੀ ਪੰਡ ਤੇ ਉਹਨਾਂ ਦੀਆਂ ਖੁਦਕੁਸ਼ੀਆਂ ਦੀ ਜਿਹੜੀ ਵੱਧ ਰਹੀ ਗਿਣਤੀ ਵਰਗੇ ਮੁੱਦਿਆਂ ਦਾ ਹੱਲ ਕਰਨ ਵਾਲੀ ਵੀ ਹੋਣੀ ਚਾਹੀਦੀ ਹੈ। ਫਸਲਾਂ ਦੀ ਵੰਨ-ਸੁਵੰਨਤਾ ਰਾਹੀਂ ਕਾਫੀ ਸਾਰੇ ਰਕਬੇ ਨੂੰ ਝੋਨੇ ਦੀ ਕਾਸ਼ਤ ਹੇਠੋਂ ਕੱਢ ਕੇ ਧਰਤੀ ਹੇਠਲੇ ਪਾਣੀ ਉੱਤੇ ਨਿਰਭਰਤਾ ਨੂੰ ਘਟਾਉਣਾ ਇੱਕ ਹੋਰ ਕੀਤਾ ਜਾਣ ਵਾਲਾ ਅਹਿਮ ਕੰਮ ਹੈ। ਔਰ ਇਹ ਸਥਾਪਿਤ ਸੱਚਾਈ ਹੈ ਕਿ ਚੌਲਾਂ ਦੀ ਬਰਾਮਦ ਦੇ ਰੂਪ ਵਿੱਚ ਪੰਜਾਬ ਆਪਣੇ ਦਰਿਆਈ ਤੇ ਧਰਤੀ ਹੇਠਲੇ ਪਾਣੀ ਨੂੰ ਬਰਬਾਦ ਕਰ ਰਿਹਾ ਹੈ। ਚੌਲਾਂ ਦੀ ਪੈਦਾਵਾਰ ਲਈ ਵਰਤੇ ਜਾਣ ਵਾਲੇ ਕੁੱਲ ਪਾਣੀ ਵਿੱਚੋਂ ਕਰੀਬ 82% ਦਾ ਇਸਤੇਮਾਲ ਕੇਂਦਰੀ ਅੰਨ ਭੰਡਾਰ ਵਿੱਚ ਪੰਜਾਬ ਦੇ ਹਿੱਸੇ ਦੀ ਪੈਦਾਵਾਰ ਵਾਸਤੇ ਕੀਤਾ ਜਾਂਦਾ ਹੈ। ਦੇਖੋ ਕੇਂਦਰੀ ਅੰਨ ਭੰਡਾਰ 'ਚ ਅਸੀਂ ਜਿੰਨਾ ਅਨਾਜ ਪਾ ਰਹੇ ਹਾਂ ਉਹਦੇ 'ਚ ਪੰਜਾਬ ਦੇ ਪਾਣੀਆਂ ਦੀ ਦਰਿਆਈ ਤੇ ਜ਼ਮੀਨੀ ਦੀ ਵੱਡੀ ਬਲੀ ਦਿੱਤੀ ਜਾ ਰਹੀ ਹੈ। ਇਸ ਪੱਖ ਤੋਂ ਆਰਗੈਨਿਕ ਖੇਤੀ ਨੂੰ ਹੁਲਾਰਾ ਦੇਣਾ ਵੀ ਕੁਝ ਮਦਦਗਾਰ ਹੋ ਸਕਦਾ ਹੈ। ਫਸਲਾਂ ਦੀ ਵੰਨ-ਸੁਵੰਨਤਾ ਦੇ ਮਾਮਲੇ ਵਿੱਚ ਜੌਲ ਕਮੇਟੀ ਦੀ ਜਿਹੜੀ ਪਹਿਲੀ 1986 ਅਤੇ ਜੌਲ ਕਮੇਟੀ ਜਿਹੜੀ ਦੂਜੀ 2002 ਦੀਆਂ ਰਿਪੋਰਟਾਂ ਜਿਹੜੀਆਂ ਆ ਉਹ ਅਜੇ ਵੀ ਢੁਕਵੀਆਂ ਹੋ ਸਕਦੀਆਂ ਆ। ਪਾਣੀ ਦੀ ਵਿਗੜ ਰਹੀ ਕੁਆਲਿਟੀ ਅਤੇ ਸੇਮ ਦੀ ਸਮੱਸਿਆ ਦੇ ਨਾਲ ਹੀ ਸਤ੍ਹਾ ਦੇ ਉੱਤਲੇ ਪਾਣੀ ਦੀ ਸੰਭਾਲ ਤੋਂ ਵੀ ਇਸ ਦਾ ਲਾਹਾ ਲੈਣ ਵੱਲ ਸੰਜੀਦਗੀ ਨਾਲ ਧਿਆਨ ਦਿੱਤੇ ਜਾਣ ਦੀ ਜ਼ਰੂਰਤ ਹੈ। ਕਾਫੀ ਸਾਰੇ ਨੁਕਤੇ ਆ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ, ਮੈਨੂੰ ਦੱਸਣੇ ਪੈ ਰਹੇ ਆ ਕਿ ਕਿਹੜੇ-ਕਿਹੜੇ ਉਹ ਨੁਕਤੇ ਜਿਹੜੇ ਆ ਉਹ ਪੰਜਾਬ ਦੇ ਲਈ ਲਾਹੇਵੰਦ ਹੋ ਸਕਦੇ ਆ। ਮੁੱਖ ਤੌਰ ਤੇ ਝੋਨੇ ਦੀ ਕਾਸ਼ਤ ਕਰਕੇ ਧਰਤੀ ਹੇਠਲੇ ਪਾਣੀ ਉੱਤੇ ਲਗਾਤਾਰ ਵੱਧ ਰਹੀ ਨਿਰਭਰਤਾ ਕਾਰਨ ਨਾ ਸਿਰਫ ਧਰਤੀ ਹੇਠਲੇ ਪਾਣੀ ਦਾ ਹੱਦੋਂ ਵੱਧ ਜਿਹੜਾ ਆ ਇਸਤੇਮਾਲ ਹੋ ਰਿਹਾ, ਸਗੋਂ ਇਸ ਦਾ ਸਿੱਟਾ ਧਰਤੀ ਹੇਠੋਂ ਪਾਣੀ ਖਿੱਚਣ ਵਾਲੀਆਂ ਮੋਟਰਾਂ ਦੀ ਸਮਰੱਥਾ, ਹਾਰਸ ਪਾਵਰ ਵਿੱਚ ਵਾਧੇ ਰਾਹੀਂ ਬਿਜਲੀ ਦੀ ਭਾਰੀ ਖਪਤ ਦੇ ਰੂਪ ਵਿੱਚ ਵੀ ਨਿਕਲ ਰਿਹਾ ਹੈ। ਦੂਹਰਾ ਨੁਕਸਾਨ ਹੈ। ਪਾਣੀ ਦੇ ਖੇਤਰ ਵਿੱਚ ਇਹੀ ਸਭ ਤੋਂ ਵੱਡੀ ਚੁਣੌਤੀ ਹੈ ਕਿ ਝੋਨੇ ਪਾਣੀ ਊਰਜਾ ਦੇ ਗੱਠਜੋੜ ਨੂੰ ਕਿਵੇਂ ਤੋੜਿਆ ਜਾ ਸਕੇ। ਤਾਂ ਇੱਥੇ ਸਾਨੂੰ ਲਾਜ਼ਮੀ ਤੌਰ ਤੇ ਜਿਹੜੀ ਪਾਣੀ ਦੀ ਨੀਤੀ ਹੈ ਉਹ ਬਣਾਉਣੀ ਚਾਹੀਦੀ ਹੈ। ਇਹ ਖੇਤੀ ਨੀਤੀ ਦਾ ਅਟੁੱਟ ਹਿੱਸਾ ਹੋਣੀ ਚਾਹੀਦੀ ਹੈ। ਫਸਲੀ ਵੰਨ-ਸੁਵੰਨਤਾ ਵੱਲ ਵੱਧਦੇ ਸਮੇਂ ਜਿਸ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਜਾਣਾ ਚਾਹੀਦਾ ਆ ਉਹ ਇਹ ਹੈ ਕਿ ਬਦਲਵੀਆਂ ਫਸਲਾਂ ਤੋਂ ਕਿਸਾਨਾਂ ਲਈ ਘੱਟੋ ਘੱਟ ਉਨੀ ਪ੍ਰਤੀ ਏਕੜ ਆਮਦਨ ਯਕੀਨੀ ਬਣਾਈ ਜਾਵੇ ਜਿੰਨੀ ਆਮਦਨ ਉਹਨਾਂ ਨੂੰ ਕਣਕ ਝੋਨੇ ਦੇ ਫਸਲੀ ਚੱਕਰ ਤੋਂ ਹੋ ਰਹੀ ਹੈ। ਇਸ ਲਈ ਬਦਲਵੀਆਂ ਫਸਲਾਂ ਜਿਹੜੀਆਂ ਆ ਇਸ ਤੇ ਖੋਜ ਤੇ ਵਿਕਾਸ ਦੀ ਲੋੜ ਹੋਊਗੀ। ਨਾਲ ਹੀ ਕਿਸਾਨਾਂ ਨੂੰ ਇਹਨਾਂ ਫਸਲਾਂ ਦੇ ਲਾਹੇਵੰਦ ਭਾਅ ਤੇ
ਮਾਲੀ ਪ੍ਰੇਰਕ ਜਿਹੜੇ ਆ ਉਹ ਦਿੱਤੇ ਜਾਣ ਦੀ ਜ਼ਰੂਰਤ ਹੋਵੇਗੀ ਤਾਂ ਕਿ ਕਿਸਾਨ ਬਦਲਵੀਆਂ ਜਿਹੜੀਆਂ ਫਸਲਾਂ ਹੈ ਨਾ ਉਹਨਾਂ ਦੇ ਵੱਲ ਰੁਖ ਕਰ ਲੈਣ। ਤਾਂ ਇਸ ਪੱਖੋਂ ਜਿਹੜੀ ਰਕਬੇ ਦੀ ਯੋਜਨਾਬੰਦੀ ਤੇ ਜੋਖਮ ਬੀਮਾ ਵਰਗੇ ਕਦਮ ਵੀ ਕਾਫੀ ਸਹਾਈ ਹੋ ਸਕਦੇ ਨੇ। ਇਸ ਤਰ੍ਹਾਂ ਬਦਲਵੀਆਂ ਫਸਲਾਂ ਦਾ ਮੰਡੀਕਰਨ ਵੀ ਇੱਕ ਹੋਰ ਅਹਿਮ ਚੁਣੌਤੀ ਹੋਵੇਗਾ। ਲੋਕਾਂ ਦੀਆਂ ਬਦਲਦੀਆਂ ਹੋਈਆਂ ਜਿਹੜੀਆਂ ਖਪਤ ਆਦਤਾਂ ਤੇ ਸੰਸਾਰ ਵਪਾਰ ਸੰਸਥਾ ਤਹਿਤ ਉੱਭਰਦੇ ਹੋਏ ਮੁੱਦਿਆਂ ਦੇ ਮੱਦੇਨਜ਼ਰ ਖੇਤੀਬਾੜੀ ਸੈਕਟਰ ਵਿੱਚ ਮਾਰਕੀਟ ਚੌਕਸੀ ਦੀ ਨੀਤੀ ਦਾ ਹਿੱਸਾ ਹੋਣੀ ਚਾਹੀਦੀ ਹੈ। ਝੋਨੇ ਦੀ ਪਰਾਲੀ ਤੇ ਹੋਰ ਰਹਿੰਦ ਖੂੰਹਦ ਅਤੇ ਨਾਲ ਹੀ ਇਹਨਾਂ ਦੇ ਉਸ ਸਥਾਨ ਤੇ ਇਸਤੇਮਾਲ ਅਤੇ ਹੋਰਨੀ ਥਾਈਂ ਇਹਨਾਂ ਦੀ ਲਾਹੇਵੰਦ ਜਿਹੜੀ ਵਰਤੋਂ ਆ ਉਸ ਨੂੰ ਵੀ ਨੀਤੀ ਵਿੱਚ ਤਵੱਜੋ ਦਿੱਤੀ ਜਾਣੀ ਚਾਹੀਦੀ ਹੈ। ਖੇਤੀਬਾੜੀ ਵਿਚਲੀ ਵਾਧੂ ਕਿਰਤ ਸ਼ਕਤੀ ਨੂੰ ਅਪਣਾਉਣਾ ਵੀ ਚਿੰਤਾ ਵਾਲਾ ਇੱਕ ਹੋਰ ਖੇਤਰ ਹੈ। ਇਸ ਲਈ ਦਰਮਿਆਨੇ ਤੋਂ ਲੰਮੇ ਸਮੇਂ ਦਾ ਖਾਕਾ ਉਲੀਕੇ ਜਾਣ ਦੀ ਲੋੜ ਹੈ, ਜਿਸ ਲਈ ਬਦਲੇ ਵਿੱਚ ਖੇਤੀ ਸੈਕਟਰ ਵਿੱਚ ਭਰਵੇਂ ਜਨਤਕ ਨਿਵੇਸ਼ ਦੀ ਜ਼ਰੂਰਤ ਹੋਵੇਗੀ। ਇਸ ਤੋਂ ਇਲਾਵਾ ਹੋਰ ਵੀ ਜਿਹੀਆਂ ਬਹੁਤ ਸਾਰੀਆਂ ਚੁਣੌਤੀਆਂ ਹੋ ਸਕਦੀਆਂ ਜਿਨ੍ਹਾਂ ਨਾਲ ਕਮੇਟੀ ਨੂੰ ਸਿੱਝਣਾ ਪੈ ਸਕਦਾ ਆ। ਇਹਨਾਂ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦਿਆਂ ਕਿਸੇ ਵੀ ਵਿਆਪਕ ਖੇਤੀਬਾੜੀ ਨੀਤੀ ਤਿਆਰ ਕਰਨ ਤੇ ਅੰਤਮ ਰੂਪ ਦੇਣ ਵਾਸਤੇ ਮਿੱਥਿਆ ਗਿਆ ਸਮਾਂ 31 ਮਾਰਚ ਤੱਕ ਕਾਫੀ ਨਹੀਂ ਹੈ, ਖਾਸ ਕਰ ਉਦੋਂ ਤੱਕ ਜਦੋਂ ਅਜਿਹੀ ਨੀਤੀ ਪਹਿਲੀ ਵਾਰੀ ਬਣਾਈ ਜਾ ਰਹੀ ਹੈ ਦੇਸ਼ ਆਜ਼ਾਦੀ ਤੋਂ ਬਾਅਦ। ਤਾਂ ਇਹ ਇੱਕ ਵਾਰ ਇਸ ਨੀਤੀ ਨੂੰ ਅੰਤਮ ਰੂਪ ਦਿੱਤੇ ਜਾਣ ਤੋਂ ਬਾਅਦ ਜ਼ਰੂਰੀ ਹੈ ਕਿ ਇਸ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇ, ਕਿਉਂਕਿ ਅਕਸਰ ਹੁੰਦਾ ਇਹ ਹੈ ਕਿ ਜਿਹੜੀਆਂ ਬਿਹਤਰੀਨ ਨੀਤੀਆਂ ਆ ਉਹਨਾਂ ਨੂੰ ਖਾਸ ਕਰਕੇ ਸਿਆਸੀ ਤੇ ਪ੍ਰਸ਼ਾਸਕੀ ਜਿਹੜੀ ਠੋਸ ਇਰਾਦੇ ਦੀ ਜਿਹੜੀ ਘਾਟ ਹੁੰਦੀ ਹੈ ਨਾ ਉਹਦੀ ਵਜ੍ਹਾ ਕਰਕੇ ਸਹੀ ਢੰਗ ਨਾਲ ਲਾਗੂ ਨਹੀਂ ਕੀਤੀਆਂ ਜਾਂਦੀਆਂ ਤੇ ਸਿੱਟਾ ਇਹ ਨਿਕਲਦਾ ਆ ਕਿ ਉਹ ਨਾਕਾਮਯਾਬ ਹੋ ਜਾਂਦੀਆਂ ਆ। ਤਾਂ ਜ਼ਰੂਰੀ ਹੈ ਕਿ ਇਸ ਠੋਸ ਨੀਤੀ ਦੇ ਉੱਤੇ ਇੱਕ ਵਾਰੀ ਫਿਰ ਤੋਂ ਉੱਘੇ ਜਿਹੜੇ ਖੇਤੀ ਮਾਹਰ ਆ ਉਹਨਾਂ ਨੂੰ ਇਹਦੇ ਵਿੱਚ ਸਰਦਾਰਾ ਸਿੰਘ ਜੌਹਲ ਕਮੇਟੀ ਦੀਆਂ ਜਿਹੜੀਆਂ ਸਿਫਾਰਿਸ਼ਾਂ ਆ ਉਹਨਾਂ ਨੂੰ, ਜਾਂ ਹੋ ਸਕਦਾ ਕਿ ਜਿਵੇਂ ਸਵਾਮੀਨਾਥਨ ਰਿਪੋਰਟ ਦੀ ਅਸੀਂ ਵਾਰ-ਵਾਰ ਗੱਲ ਕਰਦੇ ਹਾਂ ਉਹਨਾਂ ਨੂੰ ਚੀਜ਼ਾਂ ਨੂੰ ਖਾਸ ਤੌਰ 'ਤੇ ਜਿਹੜਾ ਆ ਪੰਜਾਬ ਦੇ ਪਾਣੀ, ਪੰਜਾਬ ਦੀ ਧਰਤੀ, ਪੰਜਾਬ ਦੇ ਰੁੱਖ ਬੂਟੇ, ਜੜੀ ਬੂਟੀਆਂ, ਖੇਤੀ ਵਿੱਚ ਜਿਹੜੀਆਂ ਚੀਜ਼ਾਂ ਦੇਸੀ ਤਰੀਕੇ ਦੀਆਂ ਪੈਣ ਵਾਲੀਆਂ ਆ। ਖਾਸ ਤੌਰ 'ਤੇ ਮੁੱਦਾ ਇਹ ਹੈ ਕਿ ਜਿਹੜੀ ਸਾਡੀ ਰਵਾਇਤੀ ਖੇਤੀ ਸੀ, ਪੁਰਾਤਨ ਖੇਤੀ ਸੀ, ਉਸ ਖੇਤੀ ਨੂੰ ਵੀ ਜਿਹੜਾ ਆ ਵਿਚਾਰਨਾ ਪਊਗਾ, ਕਿਉਂਕਿ ਅੱਜ ਲੋੜ ਹੈ। ਮਿੱਟੀ ਜਿਹੜੀ ਹੈ ਉਹ ਬਿਲਕੁਲ ਸਾਡੀ ਜ਼ਹਿਰੀਲੀ ਕਹਿ ਸਕਦੇ ਹਾਂ ਇਸ ਤਰੀਕੇ ਦੀ ਹੋ ਚੁੱਕੀ ਹੈ ਵੀ ਉਹਦੇ ਪੱਲੇ ਹੀ ਕੁਛ ਨਹੀਂ ਹੈਗਾ। ਜ਼ਮੀਨ ਦੀ ਹਾਲਤ ਦੋਸਤੋ ਇਸ ਤਰੀਕੇ ਬਣ ਚੁੱਕੀ ਆ ਕਿ ਅੱਜ ਜੇ ਕਹੀਏ ਕਿ ਉਹਦੇ ਪੱਲੇ ਕੁਛ ਨਹੀਂ ਤਾਂ ਸਾਰੀ ਕਹਾਣੀ ਖਤਮ ਹੋ ਚੁੱਕੀ ਹੈ। ਤਾਂ ਲੋੜ ਹੈ ਕਿ ਠੋਸ ਖੇਤੀ ਨੀਤੀ ਜਿਹੜੀ ਹੈ ਉਹ ਬਣਨੀ ਚਾਹੀਦੀ ਆ, ਪੂਰੀ ਤਰ੍ਹਾਂ ਵਿਚਾਰ ਕਰਕੇ ਹੀ ਇਸ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ। ਹੁਣ ਆਉਂਦੇ ਜੀ ਅਗਲੀ ਖਬਰ ਵੱਲ। ਦੋਸਤੋ ਸ਼ੇਅਰ ਬਾਜ਼ਾਰ ਦੇ ਵਿੱਚ ਪਿਛਲੇ 2 ਹਫ਼ਤਿਆਂ ਤੋਂ ਲਗਾਤਾਰ ਜਿਹੜੀ ਆ ਬੜੀ ਅਨਿਸ਼ਚਿਤਤਾ ਵਾਲੀ ਜਿਹੜੀ ਸਥਿਤੀ ਆ ਉਹ ਬਣੀ ਹੋਈ ਆ, ਜਿਸ ਬਾਰੇ ਵਿੱਚ ਹੁਣ ਦੇਸ਼ ਦੀ ਸਰਵਉੱਚ ਅਦਾਲਤ ਨੇ ਵੀ ਕਿਹਾ ਹੈ ਕਿ ਇਸ ਦੇ ਉੱਤੇ ਜਿਹੜੀ ਆ ਜ਼ਰੂਰ ਨਿਗਰਾਨੀ ਹੋਣੀ ਚਾਹੀਦੀ ਆ ਨਿਵੇਸ਼ਕਾਂ ਦੀ, ਖਾਸ ਤੌਰ ਦੇ ਉੱਤੇ ਸੁਰੱਖਿਆ ਵਾਸਤੇ। ਨਿਵੇਸ਼ਕ ਕੌਣ ਆ? ਅਸੀਂ ਤੁਸੀਂ ਸਾਰੇ ਆ ਜਿਹੜੇ ਅਸੀਂ ਕਿਤੇ ਪੈਸਾ ਲਾਉਣੇ ਆ, ਮੰਨ ਕੇ ਚਲੋ ਕਿਸੇ ਬੈਂਕ ਦੇ ਵਿੱਚ ਪੈਸਾ ਜਮ੍ਹਾਂ ਕਰਾਤਾ, ਜੇ ਵੱਧ ਪੈਸੇ ਵਾਲਿਆਂ ਤੇ ਅਸੀਂ ਕਿਸੇ ਦੇ ਸ਼ੇਅਰ ਖਰੀਦ ਲਏ, ਉਹ 'ਚ ਪੈਸਾ ਲਾ ਲਿਆ, ਕਿਸੇ ਕੰਪਨੀ 'ਚ ਪੈਸਾ ਲਾ ਲਿਆ। ਪਰ ਹੁੰਦਾ ਕੀ ਆ ਕਿ ਜਿਵੇਂ ਹੁਣ ਅਡਾਨੀ ਦੀ ਸਥਿਤੀ ਇਸ ਟਾਈਮ ਬਣੀ ਹੋਈ ਆ, ਕਿਉਂਕਿ ਸ਼ੇਅਰ ਮਾਰਕੀਟ ਦੇ ਵਿੱਚ ਉਤਰਾਅ ਚੜ੍ਹਾਅ ਪੂਰੀ ਦੁਨੀਆ ਦੇ ਵਿੱਚ ਚੱਲਦੇ ਰਹਿੰਦੇ ਆ। ਪਰ ਬਹੁਤ ਵਾਰੀ ਕੀ ਹੁੰਦਾ ਹੈ ਕਿ ਕਈ ਬੈਂਕ ਲਾ ਲੈਂਦੇ ਆ, ਕਈ ਧਨਾੜ ਲੋਕ ਪੈਸਾ ਲਾ ਲੈਂਦੇ ਆ, ਕਈ ਲੋਕ ਵਿਚਾਰੇ ਜਿਨ੍ਹਾਂ ਨੇ ਆਪਣਾ ਬੜੀਆਂ ਮਿਹਨਤਾਂ ਕਰਕੇ ਪੈਸਾ ਬਣਾਇਆ ਹੁੰਦਾ, ਜੋੜਿਆ ਹੁੰਦਾ, ਚੰਗੀ ਕਿਰਤ ਕੀਤੀ ਹੁੰਦੀ ਆ, ਉਹ ਵੀ ਭਰੋਸਿਆਂ ਦੇ ਨਾਲ ਜਦੋਂ ਇਹੋ ਜਿਹੀਆਂ ਥਾਵਾਂ ਦੇ ਉੱਤੇ ਪੈਸਾ ਲਾ ਲੈਂਦੇ ਆ। ਫਲਸਰੂਪ ਕਈ ਵਾਰੀ ਇੱਦਾਂ ਹੋਇਆ ਹੈ ਕਿ ਸ਼ੇਅਰ ਮਾਰਕੀਟ ਡਾਊਨ ਚਲੀ ਗਈ ਆ, ਉਹਨਾਂ ਦਾ ਜਿਹੜਾ ਪੈਸਾ ਲੱਗਿਆ ਸੀਗਾ ਉਹ ਖਤਮ ਹੋ ਗਿਆ, ਫਿਰ ਉਹ ਕਿਸੇ ਪਾਸੋਂ ਵੀ ਨਹੀਂ ਮਿਲਦਾ, ਕਿਉਂਕਿ ਜੇ ਅਗਲਾ ਹੀ ਆਪਦਾ ਦਿਵਾਲਾ ਹੀ ਅਗਲੇ ਦਿਨ ਨਿਕਲ ਗਿਆ, ਦਿਵਾਲੀਆ ਹੀ ਅਗਲਾ ਹੋਊਗਾ ਤਾਂ ਤੁਹਾਨੂੰ ਪੈਸੇ ਦੇਊਗਾ ਕਿੱਥੇ। ਇਸ ਕਰਕੇ ਉਸ ਪੈਸੇ ਦੀ ਵੀ ਇੱਕ ਚਿੰਤਾ ਆ, ਉਸ ਦੀ ਗੱਲ ਉੱਠੀ ਆ। ਮੈਂ ਦੱਸ ਦੇਣਾ ਚਾਹੂੰਗਾ ਕਿ ਸ਼ੇਅਰ ਬਾਜ਼ਾਰ ਦੇ ਵਿੱਚ ਇਹ ਜਿਹੜੀ ਅਸਥਿਰਤਾ ਆ ਉਹ 2 ਹਫ਼ਤਿਆਂ ਤੋਂ ਜਿਹੜਾ ਸਮਾਂ ਹੋਇਆ ਰਿਪੀਟ। ਇੱਥੇ ਦੱਸਦੀ ਹੈ ਕਿ ਸ਼ੇਅਰ ਬਾਜ਼ਾਰ ਦੀ ਜਿਹੜੀ ਪਿਛਲੇ ਕਰੀਬ 2 ਹਫ਼ਤਿਆਂ ਤੋਂ ਸਥਿਤੀ ਬਣੀ ਹੋਈ ਆ,
ਇਸ ਦੇ ਉੱਤੇ ਹੀ ਚਿੰਤਾ ਕੀਤੀ ਹੈ। ਸੁਪਰੀਮ ਕੋਰਟ ਨੇ ਨਿਵੇਸ਼ਕਾਂ ਦੀ ਸੁਰੱਖਿਆ ਵਾਸਤੇ ਨਿਗਰਾਨ ਢਾਂਚੇ ਦੀ ਮਜ਼ਬੂਤੀ ਵਾਸਤੇ ਸਲਾਹ ਦਿੱਤੀ ਸੀ। ਕੇਂਦਰ ਸਰਕਾਰ ਉਸ 'ਤੇ ਅਮਲ ਕਰਨ ਲਈ ਸਹਿਮਤ ਹੋ ਗਈ ਹੈ। ਅਮਰੀਕੀ ਕੰਪਨੀ ਹਿਡਨਬਰਗ ਰਿਸਰਚ ਵੱਲੋਂ ਸ਼ੇਅਰਾਂ ਦੀ ਕੀਮਤ 'ਚ ਹੇਰਾਫੇਰੀ ਤੇ ਧੋਖੇਬਾਜ਼ੀ ਦੇ ਦੋਸ਼ ਲਾਏ ਜਾਣ ਮਗਰੋਂ ਅਡਾਨੀ ਗਰੁੱਪ ਦੀਆਂ 9 ਕੰਪਨੀਆਂ ਦੇ ਸ਼ੇਅਰਾਂ ਦਾ ਮੁੱਲ ਅੱਧ ਤੋਂ ਵੀ ਹੇਠਾਂ ਜਾ ਡਿੱਗਿਆ ਆ। ਪਿਛਲੇ ਕੁਝ ਵਰ੍ਹਿਆਂ ਤੋਂ ਲਗਾਤਾਰ ਤਰੱਕੀ ਕਰਨ ਵਾਲਾ ਅਡਾਨੀ ਕਾਰੋਬਾਰੀ ਸਮੂਹ ਭਾਵੇਂ ਇਹਨਾਂ ਦੇ ਦੋਸ਼ਾਂ ਨੂੰ ਨਕਾਰ ਚੁੱਕਾ ਆ, ਪਰ ਨਿਵੇਸ਼ਕਾਂ ਦੀਆਂ ਜਿਹੜੀਆਂ ਚਿੰਤਾਵਾਂ ਆ ਉਹ ਬਰਕਰਾਰ ਆ, ਕਿਉਂਕਿ ਅਡਾਨੀ ਗਰੁੱਪ ਦੇ ਸ਼ੇਅਰਾਂ ਦੇ ਵਿੱਚ ਲਗਾਤਾਰ ਗਿਰਾਵਟ ਦਾ ਜੋ ਰੁਝਾਨ ਹੈ ਉਹ ਜਾਰੀ ਹੈ। ਸਮੂਹ ਦੀ ਮੁੱਖ ਕੰਪਨੀ ਅਡਾਨੀ ਐਂਟਰਪ੍ਰਾਈਜ਼ਸ ਦੇ ਸ਼ੇਅਰਾਂ ਵਿੱਚ ਵੀ ਵੱਡੀ ਗਿਰਾਵਟ ਆਈ ਹੈ। ਇਸ ਸਾਰੀ ਸਥਿਤੀ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸ਼ੇਅਰ ਬਾਜ਼ਾਰ 'ਚ ਬਣੀ ਅਸਥਿਰਤਾ ਤੋਂ ਭਾਰਤੀ ਨਿਵੇਸ਼ਕਾਂ ਦੇ ਹਿੱਤ ਬਚਾਉਣ ਦੀ ਲੋੜ ਹੈ। ਮਾਮਲੇ ਦੀ ਸੁਣਵਾਈ ਕਰਨ ਵਾਸਤੇ ਬੈਂਚ ਨੇ ਕੇਂਦਰ ਅਤੇ ਸ਼ੇਅਰ ਬਾਜ਼ਾਰ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਸਿਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ, ਇਹ ਇੱਕ ਸੰਸਥਾ ਬਣੀ ਹੋਈ ਹੈ ਜਿਹੜੀ ਇਹ ਸਾਰੀ ਜਾਂਚ ਕਰਦੀ ਆ। ਅਸੀਂ ਦੇਖਿਆ ਕਿ ਸਾਡੀ ਜਿਹੜੀ ਆਰਥਿਕ ਰਾਜਧਾਨੀ ਹੈ ਇੰਡੀਆ ਦੀ ਉਹ ਮੁੰਬਈ ਹੈ, ਮੁੰਬਈ ਜਿਹਨੂੰ ਅੱਜ ਕਹਿ ਸਕਦੇ ਹਾਂ, ਅਤੇ ਉੱਥੇ ਆਪਾਂ ਨੂੰ ਹਰ ਰੋਜ਼ ਜਦੋਂ ਦੇਖਦੇ ਹਾਂ ਸੈਂਸੈਕਸ ਦਾ ਅੰਕੜਾ ਇੰਨਾ ਆ ਗਿਆ ਹੈ ਨਾ, ਸਾਡਾ ਧਿਆਨ ਪੈਂਦਾ ਰਹਿੰਦਾ। ਸੋਸ਼ਲ ਮੀਡੀਆ 'ਤੇ ਅਸੀਂ ਜੁੜੇ ਹਾਂ, ਸਾਨੂੰ ਪਤਾ ਲੱਗਦਾ ਰਹਿੰਦਾ। ਵਪਾਰ ਵਾਲਾ ਜਿਹੜਾ ਪੰਨਾ ਹੁੰਦਾ ਅਖਬਾਰਾਂ ਦੇ ਵਿੱਚ, ਸਾਨੂੰ ਉਹ 'ਤੇ ਪਤਾ ਲੱਗਦਾ ਵੀ ਅੱਜ ਸੈਂਸੈਕਸ ਦਾ ਅੰਕੜਾ ਇੰਨਾ ਉਹ ਚੜ੍ਹ ਗਿਆ, ਇੰਨਾ ਡਿੱਗ ਪਿਆ ਹੈ ਨਾ। ਇਹ ਸਾਰਾ ਕੁਛ ਵੱਖ-ਵੱਖ ਕੰਪਨੀਆਂ ਦੇ ਜਿਹੜੇ ਹੁੰਦੇ ਆ ਸ਼ੇਅਰ, ਉਹਨਾਂ ਬਾਰੇ ਪਤਾ ਲੱਗਦਾ ਵੀ ਕਿਹੜੀ ਕੰਪਨੀ ਦੇ ਸ਼ੇਅਰਾਂ ਦੀ ਜਿਹੜੀ ਆ ਮੁੱਲ ਵੱਧ ਗਿਆ, ਕਿਹੜੀ ਕੰਪਨੀ ਦੇ ਸ਼ੇਅਰਾਂ ਦਾ ਮੁੱਲ ਜਿਹੜਾ ਆ ਉਹ ਘੱਟ ਹੋ ਗਿਆ। ਜਿਹੜੀ ਕੰਪਨੀ ਦਾ ਘੱਟ ਹੋ ਗਿਆ, ਜ਼ਾਹਿਰ ਹੈ ਕਿ ਉਹ ਕੰਪਨੀ ਜਿਹੜੀ ਆ ਉਹ ਨਿਘਾਰ ਬੰਨੀ ਜਾ ਰਹੀ ਆ, ਜਿਹਦਾ ਵੱਧ ਗਿਆ ਉਹ ਟੌਪ 'ਤੇ ਚਲੀ ਜਾਂਦੀ ਆ। ਤਾਂ ਇਹ ਵਪਾਰ ਹੈ, ਇਸ ਵਪਾਰ ਦੇ ਵਿੱਚ ਬਹੁਤ ਸਾਰਾ ਕੁਛ ਇੱਦਾਂ ਦਾ ਹੁੰਦਾ ਰਹਿੰਦਾ ਹੈ। ਹੁਣ ਗੱਲ ਇਹ ਆਈ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਜਿਸ ਤਰੀਕੇ ਨਾਲ ਅਡਾਨੀ ਦਾ ਗ੍ਰਾਫ ਥੱਲੇ ਆਇਆ ਪੂਰੇ ਦੇਸ਼ ਦੇ ਵਿੱਚ, ਅਤੇ ਫਿਰ ਦੂਜੀ ਗੱਲ ਇਹ ਸੀ ਕਿ ਇਸ ਨੂੰ ਲੈ ਕੇ ਜਿਹੜੀ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਛਿੜੀ ਹੋਈ ਹੈ, ਜਿਸ ਤਰੀਕੇ ਨਾਲ ਕਿ ਕਾਂਗਰਸ ਔਰ ਭਾਜਪਾ ਦੇ ਵਿੱਚ ਇਸ ਦੇ ਉੱਤੇ ਕਾਫੀ ਕੰਟਰੋਵਰਸੀ ਹੋਈ ਆ ਇਸ ਨੂੰ ਲੈ ਕੇ, ਅਡਾਨੀ ਵਾਲੇ ਮੁੱਦੇ ਨੂੰ, ਕਿਉਂਕਿ ਕਾਂਗਰਸ ਦਾ ਇਹ ਕਹਿਣਾ ਆ ਨਰਿੰਦਰ ਮੋਦੀ ਹੋਣਾ ਨੂੰ ਵੀ ਭਾਈ ਇਹ ਤੁਹਾਡੇ ਵੇਲਿਆਂ ਵਿੱਚ ਅਡਾਨੀ ਇੰਨੀ ਤਰੱਕੀ ਕਿਉਂ ਕਰ ਗਿਆ ਆ, ਔਰ ਜਦੋਂ ਦੇ ਮੋਦੀ ਜੀ ਦਿੱਲੀ ਆਏ ਆ ਉਸ ਤੋਂ ਬਾਅਦ ਹੀ ਅਡਾਨੀ ਦੀ ਇੰਨੀ ਚੜ੍ਹਾਈ ਕਿਉਂ ਹੋਈ ਆ, ਇੰਨਾ ਪੈਸਾ ਕਿੱਥੋਂ ਆਇਆ, ਇੰਨਾ ਵੱਡਾ ਬੰਦਾ ਦੁਨੀਆ ਦੇ ਚੋਟੀ ਦੇ ਪਹਿਲੇ ਅਮੀਰਾਂ ਦੇ ਵਿੱਚ ਕਿਵੇਂ ਆ ਗਿਆ, ਇਹ ਹੈਰਾਨੀ ਵਾਲੀ ਗੱਲ ਆ। ਹੁਣ ਇਹ 'ਚ ਹੋਇਆ ਤਾਂ ਇਹੀ ਹੈ ਨਾ ਵੀ ਜਿਸ ਤਰੀਕੇ ਨਾਲ ਭਾਰਤੀ ਬੀਮਾ ਨਿਗਮ ਦੀ ਗੱਲ ਚੱਲਦੀ ਆ, ਭਾਰਤੀ ਬੀਮਾ ਨਿਗਮ ਵਾਲਿਆਂ ਨੇ ਆਪਦੇ ਜਿਹੜੇ ਆ ਬਹੁਤ ਸਾਰਾ ਪੈਸਾ ਸੀ ਉਹਦੇ ਵਿੱਚ ਨਿਵੇਸ਼ ਕੀਤਾ, ਅਡਾਨੀ ਦੀਆਂ ਕੰਪਨੀਆਂ ਵਿੱਚ ਪੈਸਾ ਉਹਦੇ 'ਚ ਲਗਾਇਆ, ਉਹਦੇ ਸ਼ੇਅਰ ਜਿਹੜੇ ਆ ਉਹਨਾਂ ਨੇ ਖਰੀਦੇ ਹੋਏ ਸੀਗੇ, ਤਾਂ ਉੱਥੇ ਉਹਨਾਂ ਨੂੰ ਵੀ ਝਟਕਾ ਲੱਗਿਆ ਹੋਇਆ। ਔਰ ਇਹਦੇ ਵਿੱਚ ਜ਼ਿੰਮੇਵਾਰੀ ਜਿਹੜੀ ਹੈ ਉਹ ਬਣਦੀ ਕਿਹਦੀ ਹੈ, ਇਹਦੇ ਉੱਤੇ ਖਾਸ ਤੌਰ ਦੇ ਉੱਤੇ ਗੱਲਬਾਤ ਹੋਣੀ ਚਾਹੀਦੀ ਸੀਗੀ ਕਿ ਆਖਰ ਜੇ ਕਿਸੇ ਦਾ ਪੈਸਾ ਡੁੱਬਦਾ ਆ, ਹੁਣ ਲੋਕਾਂ ਨੇ ਤਾਂ ਬਈ ਬੀਮਾ ਨਿਗਮ ਦੇ ਆਸਰੇ ਜਿਹੜਾ ਪੈਸਾ ਲਵਾ ਲਿਆ ਉੱਥੇ, ਹੁਣ ਬੀਮਾ ਨਿਗਮ ਵਾਲਿਆਂ ਨੇ ਸ਼ੇਅਰ ਖਰੀਦੇ ਅਡਾਨੀ ਦੇ, ਅਡਾਨੀ ਦੀ ਕੰਪਨੀ ਦੇ ਸ਼ੇਅਰ ਹੋ ਗਏ ਗਿਰਾਵਟ ਬੰਨੀ, ਹੁਣ ਜਿਨ੍ਹਾਂ ਦਾ ਪੈਸਾ ਡੁੱਬੂਗਾ ਉਹਨਾਂ ਦਾ ਬਣੂਗਾ ਕੀ? ਵਿਸ਼ਾ ਜਿਹੜਾ ਆ ਉਹ ਚਿੰਤਾ ਦਾ ਕਿ ਆਖਰ ਉਹਨਾਂ ਲੋਕਾਂ ਦਾ ਬਣੂਗਾ ਕੀ ਜਿਨ੍ਹਾਂ ਲੋਕਾਂ ਦਾ ਪੈਸਾ ਇੱਥੇ ਲੱਗ ਚੁੱਕਿਆ ਆ। ਜਿਹੜੀ ਮੈਂ ਸੰਸਥਾ ਦੀ ਗੱਲ ਕੀਤੀ ਸੀਗੀ ਜਿਹੜੀ ਸ਼ੇਅਰ ਬਾਜ਼ਾਰ ਦੀ ਨਿਗਰਾਨੀ ਕਰਦੀ ਹੈ, ਸੇਬੀ ਨੂੰ ਮਾਹਰਾਂ ਦੀ ਅਜਿਹੀ ਕਮੇਟੀ ਬਣਾਉਣ ਦਾ ਸੁਝਾਅ ਦਿੱਤਾ ਸੀਗਾ ਜਿਸ ਦੇ ਕੋਲੇ ਸ਼ੇਅਰ ਬਾਜ਼ਾਰ ਦੀ ਨਿਗਰਾਨੀ ਦੀਆਂ ਵਿਆਪਕ ਤਾਕਤਾਂ ਹੋਣ, ਤੇ ਬੈਂਚ ਉਹਨਾਂ ਪਟੀਸ਼ਨਾਂ ਦੀ ਸੁਣਵਾਈ ਕਰ ਰਿਹਾ ਆ ਜਿਨ੍ਹਾਂ ਵਿੱਚ ਹਿਡਨਬਰਗ ਰਿਪੋਰਟ ਬਾਰੇ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ। ਸਿਖਰਲੀ ਅਦਾਲਤ ਦੇ ਸੁਝਾਅ ਮਗਰੋਂ ਕੇਂਦਰ ਨੇ ਭਰੋਸਾ ਦਿੱਤਾ ਹੈ ਕਿ ਉਹ ਸ਼ੇਅਰ ਬਾਜ਼ਾਰ ਤੇ ਨਿਗਰਾਨੀ ਦੇ ਪ੍ਰਬੰਧ ਵਜੋਂ ਮਾਹਰਾਂ ਦੀ ਜਿਹੜੀ ਕਮੇਟੀ ਹੈ ਉਹ ਬਣਾਊਗਾ, ਪਰ ਛੇਤੀ ਹੀ ਮਾਹਰਾਂ ਦੇ ਨਾਂ ਦੇ ਉੱਤੇ ਸੀਲਬੰਦ ਲਿਫਾਫੇ 'ਚ ਦਿੱਤੇ ਜਾਣਗੇ। ਕੇਂਦਰ ਨੇ ਇਹ ਭਰੋਸਾ ਦਿੱਤਾ ਆ ਕਿ ਸੇਬੀ ਤੇ ਹੋਰ ਨਿਗਰਾਨ ਅਦਾਰੇ ਜਿਹੜੇ ਨੇ ਹਿਡਨਬਰਗ ਰਿਪੋਰਟ ਪਿੱਛੋਂ ਪੈਦਾ ਹੋਏ ਹਾਲਾਤ ਨੂੰ ਨਜਿੱਠਣ ਦੇ ਸਮਰੱਥ ਆ। ਕੁਛ ਕਹਿ ਲਓ, ਸਰਕਾਰ ਵੀ ਕਹਿੰਦੀ ਪਈ ਹੈ, ਪਰ ਵਿਰੋਧੀ ਧਿਰਾਂ ਤਾਂ ਕਹਿੰਦੀਆਂ
ਕਿ ਸਰਕਾਰ ਜਿਹੜੀ ਆ ਉਹ ਅਡਾਨੀ ਨੂੰ ਬਚਾ ਰਹੀ ਆ, ਸਰਕਾਰ ਅਡਾਨੀ ਦੇ ਪੱਖ ਦੀ ਆ, ਕਾਰਪੋਰੇਟ ਘਰਾਣਿਆਂ ਦੇ ਹੱਕ ਉੱਤੇ ਮੋਦੀ ਜੀ ਲਿਬੜੇ ਹੋਏ ਆ। ਕਹਿ ਰਹਿੰਦੀਆਂ ਵਿਰੋਧੀ ਪਾਰਟੀਆਂ ਕਿ ਇਹ ਇਲਜ਼ਾਮ ਜਿਹੜੇ ਆ ਉਹ PM ਮੋਦੀ ਦੇ ਉੱਤੇ ਲੱਗ ਰਹੇ ਆ। ਕੇਂਦਰ ਸਰਕਾਰ ਵੱਲੋਂ ਚੁੱਕਿਆ ਗਿਆ ਇਹ ਕਦਮ ਨਿਵੇਸ਼ਕਾਂ ਨੂੰ ਧਰਵਾਸ ਦੇਣ ਵਾਲਾ ਹੈ। ਇਸ ਵੇਲੇ ਸ਼ੇਅਰ ਬਾਜ਼ਾਰ ਦਾ ਸਰੂਪ ਜਿਹੜਾ ਆ ਉਹ ਬਦਲ ਚੁੱਕਿਆ। ਇਸ ਬਾਜ਼ਾਰ ਦੇ ਵਿੱਚ ਹੁਣ ਵੱਡੇ ਖਿਡਾਰੀ ਨਹੀਂ, ਸਗੋਂ ਛੋਟੇ ਜਿਹੜੇ ਨਿਵੇਸ਼ਕ ਹੈ ਉਹ ਵੀ ਕੁਝ ਨਾ ਕੁਝ ਨਿਵੇਸ਼ ਕਰਦੇ ਰਹਿੰਦੇ ਆ। ਇਸ ਲਈ ਜ਼ਰੂਰੀ ਹੈ ਕਿ ਉਹਨਾਂ ਨੂੰ ਸਹੀ ਜਾਣਕਾਰੀ ਮਿਲੇ ਅਤੇ ਜਿਹੜੀ ਧੋਖੇਬਾਜ਼ੀ ਹੈ ਉਸ ਤੋਂ ਉਹਨਾਂ ਨੂੰ ਬਚਾਇਆ ਜਾ ਸਕੇ। ਹੁਣ ਜਿਸ ਤਰੀਕੇ ਦੀ ਇਹ ਸਥਿਤੀ ਬਣਦੀ ਆ, ਆਮ ਤੌਰ 'ਤੇ ਸਾਡੇ ਲੋਕਾਂ ਦੇ ਵਿੱਚ ਇੱਕ ਰੁਝਾਨ ਸੀਗਾ ਕਿ ਅਸੀਂ ਪਹਿਲਾਂ ਬੈਂਕਾਂ ਦੇ ਵਿੱਚ ਪੈਸੇ ਜਮ੍ਹਾਂ ਕਰਾਉਣੇ ਸ਼ੁਰੂ ਕੀਤੇ, ਉੱਥੇ ਵਿਆਜ ਦੀਆਂ ਸਕੀਮਾਂ ਸੀਗੀਆਂ। ਡਾਕਖਾਨੇ ਜਿਹੜੇ ਸੀਗੇ ਸਾਡੇ, ਜਿਹੜੇ ਪੋਸਟ ਆਫਿਸ ਸੀਗੇ, ਉਹਨਾਂ ਵਿੱਚ ਵੀ ਸਕੀਮਾਂ ਬਹੁਤ ਸਾਰੀਆਂ ਇੱਦਾਂ ਦੀਆਂ ਚੱਲਦੀਆਂ ਸੀਗੀਆਂ। ਪਹਿਲਾਂ ਇਹ ਹੁੰਦਾ ਸੀਗਾ ਕਿ ਲੋਕ ਪੈਸਾ ਘਰਾਂ 'ਚ ਰੱਖਦੇ ਸੀਗੇ ਤਾਂ ਉਹਨਾਂ ਨੂੰ ਸੁਰੱਖਿਅਤ ਲੱਗਿਆ, ਕੁਛ ਨੂੰ ਸੁਰੱਖਿਅਤ ਨਹੀਂ ਲੱਗਿਆ। ਹਾਲਾਂਕਿ ਸਰਕਾਰਾਂ ਨੇ ਜਿਹੜੀਆਂ ਅੰਗਰੇਜ਼ਾਂ ਦੇ ਆਉਣ 'ਤੇ ਜਿਹੜੇ ਬੈਂਕ ਸਿਸਟਮ ਸਾਡੇ ਸਾਹਮਣੇ ਲਿਆਂਦਾ, ਪਹਿਲਾਂ ਤਾਂ ਇਹ ਹੁੰਦਾ ਸੀਗਾ ਕਿ ਬਹੁਤਾ ਜਿਹੜਾ ਪੈਸਾ ਸੀਗਾ ਇਹੋ ਜਿਹੇ ਸ਼ਾਹੂਕਾਰਾਂ ਦੇ ਕੋਲ ਵੀ ਰੱਖ ਦਿੱਤਾ ਜਾਂਦਾ ਸੀ। ਜਿਹੜੇ ਸ਼ਾਹੂਕਾਰ ਲੋਕਾਂ ਦਾ ਪੈਸਾ ਆਪਦੇ ਕੋਲੇ ਰੱਖਣ ਦਾ, ਸੋਨਾ ਆਪਦੇ ਕੋਲੇ ਰੱਖਣ ਦਾ ਬਜਾਨੇ ਵਜੋਂ ਜਿਹੜਾ ਆ ਕੁਛ ਹਿੱਸਾ ਪੱਤੀ ਜਿਹੜੀ ਲੈਂਦੇ ਸੀ। ਇਹ ਥੋੜ੍ਹੀ ਪਿਛੋਕੜ ਦੀ ਗੱਲ ਹੈ। ਉਦੋਂ ਇੱਕ ਗੱਲ ਹੁੰਦੀ ਸੀ ਜ਼ੁਬਾਨ ਦੀ, ਇੱਕ ਗੱਲ ਹੁੰਦੀ ਸੀ ਭਰੋਸੇ ਦੀ, ਇੱਕ ਗੱਲ ਹੁੰਦੀ ਸੀਗੀ ਚਰਿੱਤਰ ਦੀ ਵੀ। ਜਿਹਦੇ ਕੋਲ ਪੈਸਾ ਰੱਖਿਆ ਗਿਆ ਘੱਟੋ ਘੱਟ ਉਹ ਪੈਸਾ ਬਰਬਾਦ ਨਹੀਂ ਕਰੂਗਾ, ਔਰ ਲੋਕਾਂ ਨੂੰ ਸਾਰਿਆਂ ਨੂੰ ਭਰੋਸਾ ਹੁੰਦਾ ਸੀਗਾ। ਔਰ ਉਹਦੇ ਕੋਲੇ ਵੀ ਅਸੀਂ ਦੇਖਦੇ ਹਾਂ, ਮੈਂ ਇੱਕ ਛੋਟੀ ਜਿਹੀ ਇੱਥੇ ਕਹਾਣੀ ਤੁਹਾਨੂੰ ਦੱਸਣੀ ਚਾਹੂੰਗਾ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਅਬੋਹਰ ਇੱਕ ਭਾਰਤ ਦੀ ਸਭ ਤੋਂ ਪੁਰਾਣੀ ਨਗਰੀ ਆ, ਇਬਨ ਬਤੂਤਾ ਦੇ ਜ਼ਮਾਨੇ ਦੀ ਆ। ਉੱਥੇ ਸੰਨ 2005 ਦੇ ਦੌਰ ਦੇ ਵਿੱਚ ਇੱਕ ਅਜਿਹਾ ਘਰ ਜਿਹੜਾ ਕਿ ਵਿਹਲਾ ਪਿਆ ਸੀਗਾ, ਔਰ ਜਿੱਥੇ ਕਿ ਕਿਸੇ ਪਿੰਡ ਦੇ ਜ਼ਿਮੀਂਦਾਰ ਪਰਿਵਾਰ ਦਾ ਸੀਰੀ ਰਹਿ ਰਿਹਾ ਸੀਗਾ। ਜਦੋਂ ਮੀਂਹ ਪਏ ਨਾ ਤੇ ਉਹ ਘਰ ਜਿਹੜਾ ਬਹਿ ਗਿਆ ਥੱਲੇ। ਜਦੋਂ ਬਹਿ ਗਿਆ ਤੇ ਉਹਦੀਆਂ ਜਿਹੜੀਆਂ ਕੰਧਾਂ ਸੀ ਕਾਫੀ ਚੌੜੀਆਂ ਸੀਗੀਆਂ ਤੇ ਉਹ ਟੁੱਟਣੀਆਂ ਸ਼ੁਰੂ ਹੋ ਗਈਆਂ। ਜਦੋਂ ਉਹ ਟੁੱਟੀਆਂ ਡਿੱਗੀਆਂ ਕੰਧਾਂ ਤੇ ਉਹਦੇ ਵਿੱਚੋਂ ਨਾ ਘੜੇ ਨਿਕਲੇ। ਘੜਿਆਂ ਦੇ ਵਿੱਚ ਜਿਹੜਾ ਸੀਗਾ ਸੋਨੇ ਆ, ਚਾਂਦੀ, ਜਿਹੜੀ ਪੁਰਾਣੇ ਜ਼ਮਾਨੇ ਦੇ ਸੀਗੇ ਸਿੱਕੇ ਸੁੱਕੇ, ਉਹ ਬਹੁਤ ਕੁਛ ਸਾਰਾ ਕੁਛ ਨਿਕਲਿਆ। ਸਰਕਾਰ ਨੇ ਉਹਨੂੰ ਆਪਦੇ ਹੱਥ ਵਿੱਚ ਲਿਆ। ਇਹ ਮੀਡੀਆ ਵਿੱਚ ਚਰਚਾ ਹੋਈ ਇਸ ਗੱਲ ਦੀ, ਪਤਾ ਲੱਗਿਆ ਕਿ ਬਹੁਤ ਸਾਰਾ ਧਨ ਮਿਲਿਆ, ਔਰ ਜਿਹੜੇ ਥੱਲੋਂ ਮਿਲੇ ਗਏ ਉਹ ਕੰਧਾਂ ਜਿਹੜੀਆਂ ਸੀ ਉਹ ਘੜੇ ਭਰ ਭਰ ਕੇ ਸੋਨਾ ਉਹ ਕੰਧਾਂ ਹੀ ਚਿਣੀ ਗਏ ਆ। ਕੰਧਾਂ ਹੀ ਚਿਣੀ ਗਏ ਆ। ਕਿਸ ਤਰੀਕੇ ਚਿਣੀਆਂ, ਕਿਸ ਤਰੀਕੇ ਬਣਾਈਆਂ ਗਈਆਂ ਉਹ ਕੰਧਾਂ, ਬੜੀ ਹੈਰਾਨੀ ਦੀ ਗੱਲ ਆ। ਫਿਰ ਕੀ ਹੋਇਆ ਕਿ ਉਹ ਘਰ ਦੇ ਜਦੋਂ ਰੌਲਾ ਪੈ ਗਿਆ, ਕਿਉਂਕਿ ਪੈਸਾ ਜਿਹੜੇ ਬੰਦੇ ਦੇ ਹੱਥ ਲੱਗਿਆ, ਘਰ ਦੇ ਸੀਰੀ ਦੇ ਹੱਥ ਲੱਗਿਆ ਸੀਗਾ, ਉਦੋਂ ਬਾਅਦ ਉਹ ਕਹਿੰਦੇ ਗੁੱਝੀ ਨਹੀਂ ਰਹਿੰਦੀ ਕੋਈ ਗੱਲ ਅਜਿਹੀ। ਜਦੋਂ ਪੈਸਾ ਬੋਲਣਾ ਸ਼ੁਰੂ ਕਰ ਦੇਵੇ ਸਿਰ ਚੜ੍ਹ ਕੇ ਤੇ ਉਦੋਂ ਇਹ ਗੱਲ ਦਾ ਖਲਾਰਾ ਪੈ ਜਾਂਦਾ। ਉਹਦਾ ਖਲਾਰਾ ਪੈ ਗਿਆ। ਸਰਕਾਰ ਨੇ ਉੱਥੋਂ ਜਦੋਂ ਖੁਦਾਈ ਕੀਤੀ ਤਾਂ ਪਤਾ ਲੱਗਾ ਕਿ ਕਾਫੀ ਸਾਰਾ ਜਿਹੜਾ ਖਜ਼ਾਨਾ ਸੀ। ਚਲੋ ਇਸ ਬਾਰੇ ਹੁਣ ਵੀ ਕਦੇ ਕੋਈ ਚਰਚਾ ਨਹੀਂ ਛਿੜੀ, ਪਰ ਇਹ ਉਸ ਸਮੇਂ ਮੀਡੀਆ ਦੀ ਇੱਕ ਖਬਰ ਸੀਗੀ ਕਿ ਪਿੰਡ ਪੱਤਰੇਵਾਲਾ, ਮੈਂ ਇੱਥੇ ਦੱਸ ਵੀ ਦੇਣਾ ਚਾਹੂੰਗਾ, ਪਿੰਡ ਪੱਤਰੇਵਾਲਾ ਅਬੋਹਰ ਦੇ ਕੋਲੇ ਆ ਉਹ, ਜਿੱਥੋਂ ਇਹ ਖਜ਼ਾਨਾ ਮਿਲਿਆ ਸੀਗਾ। ਇੱਥੇ ਹੈਰਾਨੀ ਇਸ ਗੱਲ ਦੀ ਆ ਕਿ ਇਹ ਬਾਅਦ ਵਿੱਚ ਜਿਹੜੇ ਪੁਰਾਣੇ ਬਜ਼ੁਰਗ ਸੀ, ਪੁਰਾਣੇ ਲੋਕ ਸੀਗੇ, ਫਿਰ ਉਹਨਾਂ ਤੋਂ ਪਤਾ ਲੱਗਿਆ ਕਿ ਪਿੰਡ ਦੇ ਵਿੱਚ ਇੱਕ ਸ਼ਾਹੂਕਾਰ ਹੁੰਦਾ ਸੀਗਾ ਜਿਹੜਾ ਦੇਸ਼ ਵੰਡ ਦੇ ਵੇਲੇ ਇੱਧਰੋਂ ਚਲੇ ਗਏ ਸੀਗੇ। ਉਹ ਘਰ ਉਸ ਪਰਿਵਾਰ ਦਾ ਸੀ ਅਤੇ ਉਹਦਾ ਕੰਮ ਇਹ ਸੀ ਵੀ ਲੋਕਾਂ ਦੇ ਜਿਹੜੇ ਗਹਿਣੇ ਆ, ਜੋ ਲੋਕਾਂ ਦਾ ਜਿਹੜਾ ਪੈਸਾ ਉਹ ਆਪਦੇ ਕੋਲੇ ਰੱਖਦਾ ਸੀਗਾ ਅਤੇ ਰੱਖ ਕੇ ਇੱਦਾਂ ਹੀ ਉਹਨੂੰ ਸੁਰੱਖਿਅਤ ਲੱਗਦਾ ਸੀਗਾ ਵੀ ਇਸ ਤਰੀਕੇ ਅਸੀਂ ਸਾਂਭ ਲਾਂਗੇ, ਜਦੋਂ ਕਿਸੇ ਨੂੰ ਲੋੜ ਹੋਊਗੀ ਅਗਲਾ ਆਪਦੇ ਪੈਸੇ ਜਿਹੜੇ ਆ ਉਹ ਕਢਾ ਕੇ ਲੈ ਜਾਊਗਾ। ਅਤੇ ਆਪਦੇ ਵਹੀ ਖਾਤੇ 'ਚ ਚਾੜ ਲੈਂਦੇ ਸੀ ਵੀ ਫਲਾਨੀ ਕੰਧ 'ਚ ਫਲਾਨਾ ਘੜਾ ਫਲਾਨੇ ਬੰਦੇ ਦਾ ਪਿਆ ਹੈ, ਫਲਾਨੇ ਚੁੱਲ੍ਹੇ ਦੇ ਥੱਲੇ ਖਜ਼ਾਨਾ ਫਲਾਨੇ ਬੰਦੇ ਦਾ, ਫਲਾਨੀ ਗੁੱਠ ਦੇ ਵਿੱਚ ਜਿਹੜਾ ਖਜ਼ਾਨਾ ਦੱਬਿਆ ਉਹ ਫਲਾਨਾ ਸਿਉਂਦਾ ਨਾ, ਇਹ ਚੀਜ਼ਾਂ ਹੁੰਦੀਆਂ ਸੀਗੀਆਂ। ਫਿਰ ਉਹ ਜਦੋਂ ਅੰਗਰੇਜ਼ ਆਏ, ਅੰਗਰੇਜ਼ਾਂ ਦੇ ਜ਼ਮਾਨੇ 'ਚ ਬੈਂਕਿੰਗ ਪ੍ਰਣਾਲੀ ਜਦੋਂ ਸਾਡੇ ਕੋਲ ਆਈ ਅਤੇ ਸਾਨੂੰ ਲੱਗਿਆ ਕਿ ਅਸੀਂ ਉੱਥੇ ਆਪਦਾ ਪੈਸਾ ਰੱਖ ਦਿੰਦੇ ਹਾਂ। ਜਿਵੇਂ ਜਿਵੇਂ ਮੁਲਕ ਦਾ ਵਿਕਾਸ ਹੋਇਆ ਉਵੇਂ ਬਹੁਤ ਸਾਰੇ ਨਵੇਂ ਸਿਸਟਮ ਜਿਹੜੇ ਸੀ ਉਹ ਆ ਗਏ। ਬੈਂਕ ਪ੍ਰਣਾਲੀਆਂ ਆ ਗਈਆਂ, ਡਾਕਖਾਨੇ ਆ ਗਏ, ਹੈ ਨਾ। ਡਾਕਖਾਨੇ ਤੋਂ ਬਾਅਦ LIC ਦੀਆਂ ਯੋਜਨਾ ਆ ਗਈਆਂ, ਫਿਰ ਸ਼ੇਅਰ ਮਾਰਕੀਟ ਆ ਗਈ, ਵੱਡੀਆਂ ਕੰਪਨੀਆਂ ਚੱਲੀਆਂ ਆਈਆਂ, ਫਿਰ ਉਹਨਾਂ ਦੇ ਸ਼ੇਅਰ ਖਰੀਦੇ ਗਏ, ਉਹਨਾਂ ਦੇ ਵਿੱਚ ਜਿਹੜਾ ਪੈਸਾ ਸੀਗਾ ਉਹ ਲਗਾਉਣਾ ਸ਼ੁਰੂ ਕਰਤਾ। ਤਾਂ ਹੋਇਆ ਕਿ ਲੋਕਾਂ ਨੂੰ ਇਹ ਹੁੰਦਾ ਸੀ ਵੀ ਮੰਨ ਕੇ ਚੱਲੋ ਮੈਂ
ਆਪਦਾ ਪੈਸਾ ਬੈਂਕ ਦੇ ਵਿੱਚ ਜਮ੍ਹਾਂ ਰੱਖਦਾ ਆ। ਉਦੋਂ ਸਕੀਮਾਂ ਵੀ ਚੱਲਦੀਆਂ ਹੁੰਦੀਆਂ ਸੀਗੀਆਂ। ਅੱਜ ਤੋਂ 30-35 ਸਾਲ 40 ਸਾਲ ਪਹਿਲਾਂ ਦੀ ਗੱਲ ਕਰਦੇ ਆ ਬੈਂਕਾਂ ਦੇ ਬਾਰੇ 'ਚ। ਤੇ ਬੈਂਕ 'ਚ ਇਹ ਹੁੰਦਾ ਸੀਗਾ ਵੀ ਆਹ 5 ਸਾਲਾ ਸਕੀਮ ਆ, ਆਹ 10 ਸਾਲਾ ਸਕੀਮ ਆ, ਆਹ 8 ਸਾਲਾ ਸਕੀਮ ਆ, ਆਹ 6 ਸਾਲਾ ਸਕੀਮ ਆ। ਵੀ ਜੇ ਮੰਨ ਕੇ ਚਲੋ ਤੁਸੀਂ 10,000 ਰੁਪਈਆ ਲਾਉਂਦੇ ਹੋ ਤੇ ਤੁਸੀਂ ਇੰਨੇ ਚਿਰ ਬਾਅਦ ਤੁਹਾਨੂੰ ਇਹ ਦੁੱਗਣਾ ਮਿਲ ਜੂ। ਐਵੇਂ ਡਾਕਖਾਨੇ ਦੀਆਂ ਸਕੀਮਾਂ ਸੀਗੀਆਂ। ਉਹਦੇ ਵਿੱਚ ਇਹ ਸੀਗਾ ਕਿ ਜੇ ਤੁਸੀਂ ਆਹ ਫਲਾਨੇ ਜਿਹੜੇ ਆ ਕਿਸਾਨ ਵਿਕਾਸ ਪੱਤਰ ਲੈਂਦੇ ਹੋ, ਆਹ ਇੰਦਰਾ ਵਿਕਾਸ ਪੱਤਰ ਲੈਂਦੇ ਹੋ, ਇਹ 'ਚ ਤੁਸੀਂ ਖਰੀਦਦੇ ਹੋ ਤਾਂ ਇੰਨੇ ਸਾਲਾਂ ਬਾਅਦ ਇਹ ਜਿਹੜੀ ਰਾਸ਼ੀ ਆ ਦੁੱਗਣੀ ਹੋ ਜਾਂਦੀ ਆ। ਜੇ ਤੁਸੀਂ ਆਪਦੇ ਧੀ ਪੁੱਤ ਦੇ ਨਾਂ 'ਤੇ ਜਮ੍ਹਾਂ ਕਰਾਉਂਦੇ ਹੋ ਹੈ ਨਾ, ਤੇ ਉਹਦੇ ਵਿੱਚ ਤੁਹਾਨੂੰ ਇੰਨਾ ਵਿਆਜ ਮਿਲ ਸਕਦਾ। ਤੇ ਲੋਕ ਕੀ ਕਰਦੇ ਸੀਗੇ ਕਿ ਇੱਕ ਤਾਂ ਜਿਹੜਾ ਪੈਸਾ ਆ ਉਹ ਲੋਕਾਂ ਨੂੰ ਲੱਗਦਾ ਸੀਗਾ ਕਿ ਸਾਡਾ ਪੈਸਾ ਉਹ ਸੇਫ ਰਹੂਗਾ, ਸੁਰੱਖਿਅਤ ਰਹੂਗਾ। ਦੂਜੀ ਗੱਲ ਆ ਘਰੇ ਪਿਆ ਪੈਸਾ ਤਾਂ ਵਧਣਾ ਨਹੀਂ ਗਾ, ਉੱਥੇ ਜਮ੍ਹਾਂ ਕਰਾਇਆ ਹੁੰਦਾ ਸੀ ਤੇ ਲੋਕਾਂ ਨੂੰ ਜਿਹੜਾ ਸੀਗਾ ਵਿਆਜ ਮਿਲਦਾ ਸੀਗਾ। ਹੁਣ ਦੂਜੇ ਪਾਸੇ ਜਿਹੜੀਆਂ ਇਹ ਸ਼ੇਅਰ ਮਾਰਕੀਟ ਆ ਗਈਆਂ, ਜਿਹੜੀਆਂ ਵੱਡੀਆਂ ਕੰਪਨੀਆਂ ਆਈਆਂ, ਕਾਰਪੋਰੇਟ ਘਰਾਣੇ ਆ ਗਏ, ਇਹਨਾਂ ਨੇ ਕੁਛ ਹੋਰ ਸਬਜ਼ ਬਾਗ ਜਿਹੜੇ ਸੀ ਉਹ ਵਿਖਾਏ ਹੋਇਆ ਕਿ ਤੁਸੀਂ ਸਾਡੇ ਜਿਹੜੇ ਸ਼ੇਅਰ ਖਰੀਦੋ, ਇਹਦੇ ਵਿੱਚ ਇੰਨਾ ਮੁਨਾਫਾ ਜਿਹੜਾ ਤੁਹਾਨੂੰ ਵੀ ਹੋਊਗਾ। ਮੰਨ ਕੇ ਚੱਲੋ ਜੇ ਮੈਂ ਆਮ ਇੱਕ ਬੰਦੇ ਨੂੰ ਇੱਕ 10 ਲੱਖ 20 ਲੱਖ 50 ਲੱਖ ਲਾ ਕੇ ਤੇ ਜੇ ਉਹਦੇ ਵਿੱਚ ਉਹਨੂੰ ਵਾਧਾ ਚੋਖਾ ਹੁੰਦਾ ਨਜ਼ਰ ਆਉਂਦਾ ਤੇ ਅਗਲਾ ਕਿਉਂ ਨਹੀਂ ਲਾਊਗਾ। ਤਾਂ ਇਹਦੇ ਵਿੱਚ ਇੱਕ ਤਾਂ ਜਿਹੜੇ ਸਾਡਾ RBI ਹੋ ਗਈ, ਸੇਬੀ ਹੋ ਗਈ ਹੈ ਨਾ, ਇਹ ਜਿਹੜੀਆਂ ਸਾਡੀਆਂ ਭਾਰਤ ਦੇ ਜਿਹੜੇ ਬੈਂਕਾਂ ਨਾਲ ਰਿਲੇਟਡ ਵੱਡੇ ਮਹਾਂ ਅਦਾਰੇ ਆ, ਤਾਂ ਉਹਨਾਂ ਦੇ ਬੰਨਿਓ ਜਿਹੜੇ ਉਹਨਾਂ ਦੇ ਰੂਲ ਐਂਡ ਰੈਗੂਲੇਸ਼ਨ ਬਣਾਏ ਗਏ ਸੀ ਉਹਦੇ ਮੁਤਾਬਕ ਫਿਰ ਇਹ ਜਿਹੜੇ ਕਾਰਪੋਰੇਟ ਘਰਾਣੇ ਆਏ, ਇਹਨਾਂ ਕਾਰਪੋਰੇਟ ਘਰਾਣਿਆਂ ਦੇ ਵਿੱਚ ਲੋਕਾਂ ਨੇ ਪੈਸਾ ਲਾਉਣਾ ਸ਼ੁਰੂ ਕੀਤਾ। LIC ਵਿੱਚ ਵੀ ਅਸੀਂ ਕਰਦੇ ਰਹੇ ਕਿ ਤੁਸੀਂ ਕਿਸ਼ਤਾਂ ਜਿਹੜੀਆਂ ਆ ਮਹੀਨਾਵਾਰ ਜਮ੍ਹਾਂ ਕਰਾਓ ਹੈ ਨਾ, ਇੱਕ ਖਾਸ ਮੌਕੇ ਤੱਕ ਜਿਹੜੀਆਂ ਤੁਸੀਂ ਇੱਕ ਖਾਸ ਨਿਸ਼ਚਿਤ ਸਮੇਂ ਤੱਕ ਜਿਹੜੀਆਂ ਤੁਸੀਂ ਆਪਣੀਆਂ ਜਿਹੜੀ ਆ ਉਹ ਕਿਸ਼ਤ ਜਮ੍ਹਾਂ ਕਰਾਓ। ਫਿਰ ਇਹ ਹੋਊਗਾ ਕਿ ਉਹਦੇ ਵਿੱਚ ਕੁਛ ਐਕਸੀਡੈਂਟਲ ਕੁਛ ਇੱਦਾਂ ਆ ਕਿ ਮੌਤ ਤੋਂ ਬਾਅਦ ਹੋ ਗਿਆ ਹੈ ਨਾ, ਜਾਂ ਫਿਰ ਇੱਕ ਉਹਦਾ ਟਾਈਮ ਪੀਰੀਅਡ ਹੁੰਦਾ ਵੀ ਇੰਨੇ ਚਿਰ ਤੋਂ ਬਾਅਦ ਤੁਹਾਨੂੰ ਇੰਨਾ ਪੈਸਾ ਮਿਲ ਜੂਗਾ। ਇਸ ਤਰੀਕੇ ਜਿਹੜਾ ਲੋਕਾਂ ਦਾ ਭਰੋਸਾ ਬੈਂਕ, ਡਾਕਖਾਨੇ, LIC, ਵੱਡੇ ਵਪਾਰਕ ਘਰਾਣਿਆਂ ਦੀਆਂ ਜਿਹੜੀਆਂ ਕੰਪਨੀਆਂ ਉਹ ਲੈ ਲਓ, ਤਾਂ ਇਹਨਾਂ ਸਾਰਿਆਂ 'ਚ ਜਿਹੜਾ ਪੈਸਾ ਸੀਗਾ ਉਹ ਲੱਗਣਾ ਸ਼ੁਰੂ ਹੋ ਗਿਆ। ਹੁਣ ਪੈਸਾ ਲੱਗਣ ਦੇ ਨਾਲ ਹੋਇਆ ਇੱਦਾਂ ਕਿ ਜਿਸ ਤਰੀਕੇ ਇਹ ਪੈਸਾ ਉੱਥੇ ਲੱਗਿਆ ਲੋਕਾਂ ਦਾ ਭਰੋਸਾ ਬਣਿਆ, ਪਰ ਲੋਕਾਂ ਦੇ ਭਰੋਸੇ ਨੂੰ ਠੇਸ ਉਦੋਂ ਵੱਜੀ ਕਿ ਖਾਸ ਤੌਰ 'ਤੇ ਬੈਂਕ 'ਚ ਪਿਆ ਪੈਸਾ ਤਾਂ ਕਿਸੇ ਦਾ ਮਰਿਆ ਨਹੀਂ, ਡਾਕਖਾਨੇ 'ਚ ਪਿਆ ਪੈਸਾ ਕਿਸੇ ਦਾ ਮਰਿਆ ਨਹੀਂ। ਪਰ ਜਦੋਂ ਇਹ ਜਿਹੜੇ ਅਦਾਰੇ ਜਿਵੇਂ ਹੁਣ ਭਾਰਤੀ ਜੀਵਨ ਬੀਮਾ ਨਿਗਮ ਦੀ ਗੱਲ ਆ ਅੱਜ ਕੱਲ੍ਹ ਹੋ ਰਹੀ ਆ ਕਿ ਉਹਨਾਂ ਨੇ ਅਡਾਨੀ ਦੇ ਕਾਰੋਬਾਰ ਵਿੱਚ ਆਪਦਾ ਪੈਸਾ ਲਾਇਆ, ਤਾਂ ਉਹਨਾਂ ਦਾ ਜਿਹੜਾ ਪੈਸਾ ਸੀਗਾ ਉਹ ਪੈਸਾ ਤਾਂ ਗਿਆ ਹੱਥੋਂ ਨਾ। ਉਹਦੀ ਜ਼ਿੰਮੇਵਾਰੀ ਤਾਂ ਕਿਸੇ ਦੀ ਬਣਦੀ ਹੈ ਨਾ। ਮੰਨ ਕੇ ਚੱਲੋ ਅਸੀਂ ਇੱਕ ਬਿਲਕੁਲ ਪੰਜਾਬੀ 'ਚ ਠੇਠ ਗੱਲ ਕਹਿੰਦੇ ਹਾਂ ਕਿ ਜੇ ਅਗਲੇ ਨੇ ਝੱਗਾ ਹੀ ਚੱਕਤਾ ਵੀ ਮੇਰੇ ਕੋਲ ਤਾਂ ਹੈ ਹੀ ਕੁਛ ਨਹੀਂ, ਫਿਰ ਤੁਸੀਂ ਕੀ ਕਰ ਲਓਗੇ। ਇੱਥੇ ਸਥਿਤੀ ਜਿਹੜੀ ਹੈ ਉਹ ਬਣੀ ਹੋਈ ਹੈ ਕਿ ਆਖਿਰ ਉਹ ਲੋਕ ਜਿਨ੍ਹਾਂ ਨੇ ਪੈਸਾ ਦਿੱਤਾ ਬੀਮਾ ਕੰਪਨੀਆਂ ਨੂੰ, ਬੀਮਾ ਕੰਪਨੀਆਂ ਨੇ ਸ਼ੇਅਰ ਖਰੀਦੇ ਅਡਾਨੀ ਦੇ, ਹੁਣ ਉਹ ਕਿੱਧਰ ਜਾਣਗੇ ਜੇ ਅੱਗੋਂ ਨਹੀਂ ਕੁਛ ਮਿਲਦਾ। ਇਕੱਲੇ ਅਡਾਨੀ ਨਹੀਂ, ਹੋਰ ਵੀ ਕਈ ਕੰਪਨੀਆਂ ਆ ਸਾਡੇ ਕੋਲ, ਵੱਡੇ ਇੱਥੇ ਕਾਰਪੋਰੇਟ ਘਰਾਣੇ ਆ, ਅਸੀਂ ਉਹਨਾਂ ਕੰਪਨੀਆਂ ਦੇ ਵਿੱਚ ਆਪਦਾ ਪੈਸਾ ਨਿਵੇਸ਼ ਕਰਦੇ ਹਾਂ, ਉਹਦੇ ਵਿੱਚ ਆਪਾਂ ਜਮ੍ਹਾਂ ਕਰਾਉਂਦੇ ਹਾਂ, ਉੱਥੇ ਲਾਉਂਦੇ ਹਾਂ, ਅਤੇ ਜੇ ਫਿਰ ਸਾਡਾ ਪੈਸਾ ਹੀ ਨਹੀਂ ਸਾਨੂੰ ਮਿਲਦਾ ਤਾਂ ਫਿਰ ਕੀ ਹੋਊਗਾ। ਅਤੇ ਇੱਥੇ ਇਹ ਸਥਿਤੀ ਜਿਹੜੀ ਹੈ ਉਹ ਗੰਭੀਰ ਬਣੀ ਆ, ਜਿਸ ਦੇ ਉੱਤੇ ਸੁਪਰੀਮ ਕੋਰਟ ਨੇ ਚਿੰਤਾ ਜਿਹੜੀ ਆ ਉਹ ਜ਼ਾਹਿਰ ਕੀਤੀ ਹੈ। ਔਰ ਉਹਨਾਂ ਦਾ ਤਾਂ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਜਿਹੜੀ ਨਿਵੇਸ਼ਕ ਆ, ਜਿਹੜੇ ਪੈਸੇ ਸਾਡੇ ਤੁਹਾਡੇ ਵਰਗੇ ਜਾਂ ਵੱਡੇ ਜਿਹੜੇ ਲੋਕ ਪੈਸੇ ਵਾਲੇ ਉਹ ਜਮ੍ਹਾਂ ਕਰਾਉਂਦੇ ਇਹੋ ਜਿਹੇ ਅਦਾਰਿਆਂ ਦੇ ਵਿੱਚ, ਅਤੇ ਉਹਨਾਂ ਦੇ ਪੈਸੇ ਦੀ ਸੁਰੱਖਿਆ ਵਾਸਤੇ ਨਿਗਰਾਨ ਢਾਂਚਾ ਜਿਹੜਾ ਆ ਉਹ ਇਹੋ ਜਿਹਾ ਮਜ਼ਬੂਤ ਹੋਣਾ ਚਾਹੀਦਾ ਤਾਂ ਕਿ ਲੋਕ ਜਿਹੜੇ ਆ ਉਹ ਕੰਪਨੀਆਂ 'ਤੇ ਜਾਂ ਇਸ ਤਰੀਕੇ ਜਿਹੜਾ ਪੈਸਾ ਆ ਉਹ ਲਾਉਣ ਤੋਂ ਸੰਕੋਚ ਨਾ ਕਰਨ। ਤਾਂ ਇੱਥੇ ਫਿਰ ਇਹੀ ਗੱਲ ਹੈ ਕਿ ਜੇ ਸ਼ੇਅਰ ਬਾਜ਼ਾਰ 'ਚ ਨਿਵੇਸ਼ ਕਰਨ ਵਾਲੇ ਭਾਵੇਂ ਭਾਰਤੀ ਹੋਣ ਜਾਂ ਵਿਦੇਸ਼ੀ, ਉਹਨਾਂ ਦਾ ਧਿਆਨ ਇਸ ਗੱਲ ਵੱਲ ਵੀ ਰਹੂਗਾ ਕਿ ਕਮੇਟੀ ਇਸ ਮਾਮਲੇ ਵਿੱਚ ਕੀ ਕਾਰਵਾਈ ਕਰਦੀ ਹੈ। ਇਹ ਅਜਿਹਾ ਮੌਕਾ ਜਦੋਂ ਮਾਹਰ ਇਹ ਦੇਖ ਰਹੇ ਨੇ ਕਿ ਕੰਪਨੀਆਂ ਦੇ ਫੰਡਾਂ ਦੇ ਸਰੋਤਾਂ ਅਤੇ ਕਾਰੋਬਾਰ ਤੋਂ ਕਾਰਪੋਰੇਟਾਂ ਨੂੰ ਮਿਲਣ ਵਾਲੇ ਫਾਇਦਿਆਂ ਬਾਰੇ ਪਾਰਦਰਸ਼ਤਾ ਕਾਇਮ ਕੀਤੀ ਜਾਵੇ। ਇਸ ਤੋਂ ਇਲਾਵਾ ਵਿਦੇਸ਼ੀ ਚੈਨਲਾਂ ਦਾ ਸਹਾਰਾ ਲੈ ਕੇ ਸ਼ੇਅਰ ਕੀਮਤਾਂ 'ਚ ਉਤਰਾਅ ਚੜ੍ਹਾਅ ਰੋਕਣ ਬਾਰੇ ਵੀ ਆਵਾਜ਼ ਉੱਠ ਰਹੀ ਹੈ। ਨਿਵੇਸ਼ਕਾਂ ਦੇ ਹਿੱਤਾਂ ਲਈ ਮਾਹਰਾਂ ਅਤੇ ਨਿਗਰਾਨਾਂ ਨੂੰ ਸਮੁੱਚੇ ਮਾਰਕੀਟ ਢਾਂਚੇ ਦੀ ਸਮੀਖਿਆ ਕਰਨੀ ਚਾਹੀਦੀ ਆ ਤਾਂ ਜੋ ਫਿਰ ਲੋਕਾਂ ਦਾ ਭਰੋਸਾ ਕਾਇਮ ਰਹੇ।
ਇਹ ਸੀ ਦੋਸਤੋ ਦੋ ਖਬਰਾਂ ਜਿਨ੍ਹਾਂ ਤੇ ਗੱਲਬਾਤ ਕੀਤੀ। ਇੱਥੇ ਸਮਾਪਤੀ ਕਰਦੇ ਹਾਂ। ਧੰਨਵਾਦ। ਤੁਹਾਡੀਆਂ ਗੱਡੀਆਂ ਲਈ ਕਿਸੇ ਵੀ ਤਰ੍ਹਾਂ ਦੀ ਮੁਰੰਮਤ ਜਾਂ 4 ਵੀਲਰ ਹੈਲਪਲਾਈਨ ਜੇਕਰ ਤੁਸੀਂ ਭਾਲ ਰਹੇ ਹੋ ਤਾਂ ਸੰਪਰਕ ਕਰੋ ਤੁਹਾਡੇ ਆਪਣੇ ਸ਼ਹਿਰ ਵਿਨੀਪੈਗ 'ਚ ਟਾਊਨ ਆਟੋ ਬਾਡੀ ਵਿਖੇ। ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਸ਼ਮਸ਼ੇਰ ਸਿੰਘ, ਟਾਊਨ ਆਟੋ ਬਾਡੀ ਤੋਂ। ਰੱਬ ਨਾ ਕਰੇ ਤੁਹਾਡੀ ਗੱਡੀ ਨੂੰ ਕੁਝ ਹੋ ਜਾਂਦਾ ਵਾ ਤੇ ਤੁਸੀਂ ਸਿੱਧਾ ਟਾਊਨ ਆਟੋ ਬਾਡੀ ਤੇ ਆਓ। ਅਸੀਂ ਇੱਥੇ ਇਹ ਸਾਡੀ ਜਿਹੜੀ ਸ਼ਾਪ ਹੈਗੀ ਡਾਇਰੈਕਟ ਰਿਪੇਅਰ ਸ਼ਾਪ ਹੈਗੀ ਆ। ਅਸੀਂ ਆਪਣੇ ਆਪ ਹੀ ਐਮਪੀਏ ਨੂੰ ਕਾਲ ਕਰਕੇ ਤੁਹਾਡੀ ਗੱਡੀ ਦਾ ਕਲੇਮ ਖੋਲ੍ਹ ਦਿੰਦੇ ਹਾਂ ਤੇ ਤੁਹਾਡੀ ਗੱਡੀ ਦਾ ਐਸਟੀਮੇਟ ਬਣਾ ਕੇ ਐਮਪੀਏ ਨੂੰ ਭੇਜ ਦਿੰਦੇ ਹਾਂ। ਕੋਈ ਵੀ ਤੁਹਾਡੀ ਗੱਡੀ ਤੇ ਸਕ੍ਰੈਚ, ਡੈਂਟ ਜਾਂ ਕੋਈ ਤੁਹਾਡੀ ਗੱਡੀ ਦੇ ਕੋਈ ਸ਼ੀਸ਼ੇ ਤੋੜ ਗਿਆ ਵਾ, ਤੁਸੀਂ ਸਾਨੂੰ ਕਾਲ ਕਰੋ, ਅਸੀਂ ਆਪਣੇ ਆਪ ਹੀ ਗਲਾਸ ਕਲੇਮ ਖੋਲ੍ਹ ਲੈਂਦੇ। ਇਹ ਸ਼ਾਪ ਜਿਹੜੀ ਆ ਇਹ ਐਮਪੀਏ ਦੀ ਕ੍ਰੈਡਿਟਡ ਸ਼ਾਪ ਹੈਗੀ ਆ ਵਾ। ਅਸੀਂ ਸਿੱਧੀ ਡਾਇਰੈਕਟ ਬਿਲਿੰਗ ਕਰਦੇ ਹਾਂ ਐਮਪੀਏ ਨੂੰ। ਇੱਥੇ ਹੀ ਅਸੀਂ ਆਪ ਹੀ ਗਲਾਸ ਕਲੇਮ ਵੀ ਖੋਲ੍ਹਦੇ ਹਾਂ। ਤੁਹਾਨੂੰ ਗਲਾਸ ਕਲੇਮ ਖੋਲ੍ਹਣ ਦੀ ਫੋਨ ਦੀ ਲੋੜ ਨਹੀਂ ਹੈਗੀ, ਅਸੀਂ ਆਪਣੇ ਆਪ ਇੱਥੇ ਗਲਾਸ ਕਲੇਮ ਖੋਲ੍ਹਦੇ। ਜਦੋਂ ਤੱਕ ਤੁਹਾਡੀ ਗੱਡੀ ਇੱਥੇ ਸ਼ਾਪ 'ਤੇ ਰਹੂਗੀ ਉਦੋਂ ਤੱਕ ਅਸੀਂ ਕਾਰ ਰੈਂਟਲ ਵੀ ਦੇਵਾਂਗੇ। ਵੈਨਾਂ, ਟਰੱਕ, SUV ਕੋਈ ਵੀ ਤੁਹਾਨੂੰ ਕਾਰ ਰੈਂਟਲ ਵੀ ਚਾਹੀਦੀ ਹੋਈ ਅਸੀਂ ਕਾਰ ਰੈਂਟਲ ਵੀ ਤੁਹਾਨੂੰ ਦੇਵਾਂਗੇ। ਆਪਣੀ ਸ਼ਾਪ ਲੋਕੇਸ਼ਨ ਹੈਗੀ ਆ 64 ਸਾਲਟਰ ਸਟਰੀਟ ਵਿਨੀਪੈਗ ਦੇ ਵਿੱਚ। ਜਿਵੇਂ ਤੁਹਾਨੂੰ ਪਤਾ ਹੀ ਹੈ ਸਨੋ ਆ ਰਹੀ ਹੈ ਵਿਨੀਪੈਗ ਦੇ ਵਿੱਚ, ਉਵੇਂ ਤੁਹਾਡੇ ਲਈ ਅਸੀਂ ਵਿੰਟਰ ਟਾਇਰ ਪ੍ਰੋਗਰਾਮ ਲੈ ਕੇ ਆਏ। ਐਮਪੀਏ ਦਾ ਵਿੰਟਰ ਟਾਇਰ ਪ੍ਰੋਗਰਾਮ ਆ, ਉਹਦੇ ਵਿੱਚ $2000 ਤੱਕ ਤੁਹਾਨੂੰ ਐਮਪੀ ਹੀ ਲੋਨ ਦਿੰਦੀ ਆ। ਵਿੰਟਰ ਟਾਇਰ ਪ੍ਰੋਗਰਾਮ ਵਿੱਚ ਅਲੋਏ ਵੀਲਸ, ਟਾਇਰ ਅਲਾਈਨਮੈਂਟ ਤੁਸੀਂ ਕਰਵਾ ਸਕਦੇ ਹੋ। ਕੋਈ ਵੀ ਤੁਹਾਨੂੰ ਜਾਣਕਾਰੀ ਦੀ ਲੋੜ ਆ ਤੁਸੀਂ ਸਾਨੂੰ ਜਦੋਂ ਮਰਜ਼ੀ ਫੋਨ ਕਰ ਲਓ 2044211300 ਤੇ, ਜਾਂ ਤੁਸੀਂ ਸਾਡੀ ਵੈਬਸਾਈਟ ਤੇ ਜਾ ਲਓ www.townautobody.ca। ਉਹਦੇ ਵਿੱਚ ਤੁਸੀਂ 24/7 ਲਾਈਵ ਚੈਟ ਤੁਸੀਂ ਏਜੰਟ ਦੇ ਨਾਲ ਕਰ ਸਕਦੇ ਹੋ। ਥੈਂਕ ਯੂ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੇਰੀ ਗੱਡੀ ਦਾ ਇੱਥੇ ਇੱਕ ਡੈਂਟ ਜਿਹਾ ਪੈ ਗਿਆ ਸੀਗਾ। ਉਸ ਤੋਂ ਬਾਅਦ ਮੈਂ ਇਹਨਾਂ ਕੋਲ ਟਾਊਨ ਆਟੋ ਬਾਡੀ ਵਾਲਿਆਂ ਕੋਲ ਆਇਆ ਤੇ MPI ਤੋਂ ਕਲੇਮ ਲੈਣ ਤੋਂ ਬਾਅਦ ਇਹਨਾਂ ਕੋਲ ਗੱਡੀ ਆਪਾਂ ਨੇ ਰੱਖ ਦਿੱਤੀ ਤੇ ਥੋੜ੍ਹੀ ਦਿਨਾਂ ਦੇ ਵਿੱਚ ਇਹਨਾਂ ਨੇ ਗੱਡੀ ਮੇਰੀ ਪੂਰੀ ਚੰਗੀ ਤਰ੍ਹਾਂ ਮੁਕੰਮਲ ਕਰਕੇ ਸਹੀ ਕਰਕੇ ਦੇ ਦਿੱਤੀ ਹੈ। ਤੇ ਨਾਲ ਦੀ ਨਾਲ ਇਹਨਾਂ ਨੇ ਗੱਡੀ ਦੀ ਮੇਰੀ ਦੀ ਡਿਟੇਲਿੰਗ ਵੀ ਕਰਤੀ, ਧੋਤੀ ਤੇ ਗੱਡੀ ਪੂਰੀ ਲਿਸ਼ਕਾਤੀ ਤੇ ਬਹੁਤ ਵਧੀਆ ਜਿਹੜੀ ਆ ਕਸਟਮਰ ਸਰਵਿਸ ਵੀ ਦਿੰਦੇ ਨੇ। ਤੇ ਜੇਕਰ ਤੁਹਾਨੂੰ ਉਸ ਟਾਈਮ ਤੇ ਜੇਕਰ ਤੁਹਾਡੀ ਗੱਡੀ ਖਰਾਬ ਹੋਈ ਹੈ ਤੇ ਕੋਈ ਰੈਂਟਲ ਗੱਡੀ ਤੁਸੀਂ ਚਲਾਉਣ ਨੂੰ ਲੈਣੀ ਹੈ ਤੇ ਉਹ ਵੀ ਜਿਹੜੀ ਹੈ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ ਨੇ। ਮੈਂ ਤੁਹਾਨੂੰ ਹਾਈਲੀ ਰਿਕਮੈਂਡ ਕਰਾਂਗਾ ਵਿਨੀਪੈਗ ਏਰੀਆ ਦੇ ਵਿੱਚ ਜਾਂ ਤੁਸੀਂ ਕਿਸੇ ਹੋਰ ਲਾਗ ਪਾਸ ਦੇ ਏਰੀਆ ਦੇ ਵਿੱਚ ਤੁਹਾਡੀ ਗੱਡੀ ਆ ਖਰਾਬ ਹੁੰਦੀ ਹੈ, ਤੁਸੀਂ ਇਹਨਾਂ ਕੋਲ ਪਹੁੰਚੋ ਤੇ ਬਹੁਤ ਹੀ ਵਧੀਆ ਸਰਵਿਸ ਤੇ ਜਲਦੀ ਜਿਹੜੀ ਤੁਹਾਨੂੰ ਆ ਤੁਹਾਡੀ ਗੱਡੀ ਚਲਦੀ ਕਰਕੇ ਦੇ ਦਿੰਦੇ ਨੇ। ਥੈਂਕ ਯੂ ਜੀ। ਸਰਵਿਸ ਦਾ ਲਾਭ ਉਠਾਉਣ ਲਈ ਹੁਣੇ ਕੰਟੈਕਟ ਕਰੋ ਟਾਊਨ ਆਟੋ ਬਾਡੀ 64 ਸਾਲਟਰ ਸਟਰੀਟ ਵਿਨੀਪੈਗ MB ਕੈਨੇਡਾ ਮੈਨੀਟੋਬਾ। ਸਾਡਾ ਕੰਟੈਕਟ ਨੰਬਰ ਹੈ +1204 421 1300।